कौर जी 16। जेकर आप जी जुड़ चुके हो जी प्लीज अपना हैंड रेस करके आप जी अपनी कीर्तन सेवा शुरू कर सकते हो जी। वाहिगुरु जी का खालसा वाहिगुरु जी की फतेह। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। नानक दास मुख ते जो बोले इहा उहा सच होवे। इहा उहा सच होवे। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। चतुर दिशा कीनो बल अपना सिर ऊपर कर तार्यो। सिर ऊपर कर तार्यो। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। कृपा कठा के अवलोकन कीनो दास का दुख बिदारियो। दास का दुख बिदारियो। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। हर जन राखे गुरु गोविंद। राखे गुरु गोविंद। कंठ लाए अवगुण सब मेटे दयाल पुरख बख्शंद। दयाल पुरख बख्शंद। जो मांगे ठाकुर अपने ते सोई सोई देवै। जो मांगे ठाकुर अपने ते सोई सोई देवै। सोई सोई देवै। सोई सोई देवै। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। आप जी का बहुत बहुत धन्यवाद जी। आप जी ने बड़े प्यार दे नाल कीर्तन सेवा करवाई जी। सो ਆਪਾਂ ਹੁਣ ਅੱਗੇ ਸੈਸ਼ਨ ਵੱਲ ਵਧਦੇ ਹਾਂ ਜੀ। ਸਾਡਾ ਫਸਟ ਸੈਸ਼ਨ ਲੈਣਗੇ ਜੀ ਅਰਸ਼ਦੀਪ ਕੌਰ ਜੀ ਮੋਗਾ ਤੋਂ, ਜਿਨ੍ਹਾਂ ਦਾ IPP ਨੰਬਰ ਹੈਗਾ ਜੀ 16581, ਜੋ ਸਾਡੇ ਨਾਲ ਆਪਣਾ ਜਿਹੜਾ ਸਹਿਜ ਪਾਠ ਅਨੁਭਵ ਹੈਗਾ ਉਹ ਸ਼ੇਅਰ ਕਰਨਗੇ ਜੀ। तो जेकर आप जी जुड़ चुके हो तो जी अपना हैंड रेज करके अपने आप अनम्यूट कर लो जी। वाहिगुरु जी का खालसा वाहिगुरु जी की फतेह। Am I audible जी? आवाज सुनाई दे रही है? हाँ जी आ रही है जी आपकी आवाज। मेरा नाम अर्शदीप कौर है। EPP 16581 जोन मोगा NYC सोन सिंह जी खालसा फ्रॉम रोहता। मैं आज अपना एक्सपीरियंस शेयर करना चाहनी हाँ कि सहज पाठ आरंभ करन तो बाद मेरे अंदर की बदलाव आए, मेरी फैमिली विच की चेंजेस आईयां। एंड फर्स्टली मैं शेयर करांगी कि मैं एजुकेट पंजाब प्रोजेक्ट नूं किद्दां मिली, मैनूं किद्दां इस बारे पता लग्या ते मैं किद्दां प्रोजेक्ट नाल जुड़ी। सब तो पहला तो मैं एक कन्वेंस करना चाहनी हाँ कि मैं 2021 दे विच शाम नूं सुबह चौंकी नूं पाउंदी सी।
ਜਿਸ ਵਿੱਚ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਸੀ ਐਨਸੀਪੀ ਸਟੂਡੈਂਟਸ ਮਿਲ ਕੇ ਕਰਦੇ ਸੀ। ਮੈਨੂੰ ਉਹ ਸੋਦਰ ਕਲਾਸ ਦਾ ਲਿੰਕ ਮਿਲਿਆ ਐਂਡ ਮੈਂ ਵੀ ਉਹ ਕਲਾਸ ਜੁਆਇਨ ਕਰਨੀ ਸਟਾਰਟ ਕੀਤੀ। ਉਸ ਵਿੱਚ ਮੈਂ ਇੱਕ ਗੱਲ ਨੋਟ ਕੀਤੀ ਕਿ ਜਦੋਂ ਮੈਂ ਉਹ ਕਲਾਸ ਲਗਾਉਂਦੀ ਸੀ ਤਾਂ ਜਿਹੜੀ ਪਾਰਟਿਸਪੈਂਟਸ ਦੀ ਲਿਸਟ ਹੁੰਦੀ ਸੀ ਹਨਾ, ਉਹਦੇ ਵਿੱਚ ਸਾਰੇ ਸਟੂਡੈਂਟਸ ਆਪਣੇ ਨੇਮ ਦੇ ਪਿੱਛੇ EPP ਨੰਬਰ ਲਿਖਦੇ ਸੀਗੇ। ਐਂਡ 2-3 ਦਿਨ ਜਦੋਂ ਮੈਂ ਕਲਾਸ ਲਗਾਈ ਉਸ ਤੋਂ ਬਾਅਦ ਮੇਰੇ ਅੰਦਰ ਕਿਉਰਿਓਸਿਟੀ ਆਈ ਕਿ ਇਹ EPP ਦਾ ਮੀਨਿੰਗ ਕੀ ਹੈ। ਐਂਡ ਉਸ ਤੋਂ ਬਾਅਦ ਜਿਹੜੇ ਦੀਦੀ ਹੋਲਡ ਕਰਦੀ ਸੀ ਉਸ ਕਲਾਸ ਨੂੰ, ਉਸ ਕਲਾਸ ਦੇ ਹੋਸਟ ਹੁੰਦੇ ਸੀ, ਮੈਂ ਉਹਨਾਂ ਨੂੰ ਟੈਕਸਟ ਕਰਕੇ ਪੁੱਛਿਆ ਕਿ ਦੀਦੀ EPP ਦਾ ਮੀਨਿੰਗ ਕੀ ਹੈ, ਇਹਦੀ ਫੁੱਲ ਫਾਰਮ ਹੋਏਗੀ ਕੋਈ, ਉਹ ਮੈਨੂੰ ਦੱਸੋ। ਤਾਂ ਉਹਨਾਂ ਦੀਦੀ ਨੇ ਮੈਨੂੰ ਇੰਨਾ ਕੁ ਡਿਫਾਈਨ ਕੀਤਾ ਸੀ ਕਿ ਬਿਕੋਜ਼ ਮੈਂ ਟੈਕਸਟ ਦੇ ਵਿੱਚ ਪੁੱਛਿਆ ਸੀ ਤਾਂ ਛੋਟੀ ਜਿਹੀ ਡੈਫੀਨੇਸ਼ਨ ਦਿੱਤੀ ਉਹਨਾਂ ਨੇ ਕਿ EPP ਮਤਲਬ ਐਜੂਕੇਟ ਪੰਜਾਬ ਪ੍ਰੋਜੈਕਟ, ਜੋ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਚਲੋ ਇਹ ਕੰਟੀਨਿਊ ਹੁੰਦਾ ਗਿਆ ਐਂਡ ਮੈਂ ਸੋਦਰ ਕਲਾਸਿਸ ਲਗਾਉਂਦੀ ਰਹੀ। 5 to 6 ਮੰਥ ਬਾਅਦ ਨਵੰਬਰ ਦੇ ਵਿੱਚ 2021 ਦੇ ਵਿੱਚ ਮੋਗਾ ਜ਼ੋਨ ਦੇ ਸਟੂਡੈਂਟਸ ਜੋ EPP ਸਟੂਡੈਂਟਸ ਨੇ ਉਹਨਾਂ ਨੇ ਅਤੇ ਸਾਡੇ ਜ਼ੋਨ ਦੇ ਵਾਈਸੀ ਸੋਹਣ ਸਿੰਘ ਰੌਂਤਾ, ਉਹਨਾਂ ਨੇ ਤਖਤੂਪੁਰਾ ਸਾਹਿਬ ਵਿਖੇ ਸਟਾਲ ਲਗਾਈ ਨਵੰਬਰ ਦੇ ਵਿੱਚ। ਐਂਡ ਮੇਰਾ ਪਿੰਡ ਵੀ ਤਖਤੂਪੁਰਾ ਸਾਹਿਬ ਹੈ ਐਂਡ ਮੈਨੂੰ ਮੌਕਾ ਮਿਲਿਆ ਕਿ ਮੈਂ ਉਹ ਸਟਾਲ ਤੇ ਜਾ ਸਕਾਂ। ਫਿਰ ਜਦੋਂ ਮੈਂ ਉਹ ਸਟਾਲ ਤੇ ਗਈ ਮੈਂ ਦੇਖਿਆ ਕਿ ਬੱਚੇ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੈਂਪਲੇਟ ਇਹਨਾਂ ਦੇ ਹੱਥ ਵਿੱਚ ਹੁੰਦੇ ਸੀ ਐਂਡ ਸੰਗਤ ਨੂੰ ਇਸ ਪ੍ਰੋਜੈਕਟ ਬਾਰੇ ਦੱਸਦੇ ਸੀ। ਮੈਨੂੰ ਉੱਥੇ ਜਾ ਕੇ ਸਾਰਾ ਪਤਾ ਲੱਗਿਆ ਕਿ ਇਹ ਪ੍ਰੋਜੈਕਟ ਕੀ ਚੀਜ਼ ਹੈ ਤੇ ਇਹਦੇ ਵਿੱਚ ਕਿੱਦਾਂ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਆ, ਕਿੰਨਾ ਵਧੀਆ ਉਪਰਾਲਾ ਇਹ ਚੱਲ ਰਿਹਾ ਹੈ। ਐਂਡ ਉਸ ਤੋਂ ਬਾਅਦ ਮੈਂ ਵਾਈਸ ਨੂੰ ਕਿਹਾ ਕਿ ਮੈਂ ਵੀ ਇਹ ਸੇਵਾ ਨਿਭਾਉਣਾ ਚਾਹੁੰਦੀ ਹਾਂ ਐਂਡ ਉਹਨਾਂ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਸਾਰਾ ਸਮਝਾਇਆ ਐਂਡ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਮੈਂ ਉਹ ਸਾਰਾ ਦਿਨ ਸਟਾਲ ਸੇਵਾ ਨਿਭਾਈ ਐਂਡ ਬਹੁਤ ਵਧੀਆ ਲੱਗਿਆ ਬਿਕੋਜ਼ ਮੈਂ ਫਸਟ ਟਾਈਮ ਦੇਖਿਆ ਸੀ ਏਦਾਂ ਦਾ ਮਾਹੌਲ ਕਿ ਇੰਨੀ ਵਧੀਆ ਸੰਗਤ ਦੇ ਵਿੱਚ ਇੰਨਾ ਵਧੀਆ ਸਾਰੇ ਕੰਮ ਕਰ ਰਹੇ ਆ, ਸੰਗਤ ਦੇ ਦਰਸ਼ਨ ਹੁੰਦੇ ਸੀ, ਸਾਰਾ ਦਿਨ ਗੁਰੂ ਦੇ ਦਰ ਤੇ ਉੱਥੇ ਸਪੈਂਡ ਕਰਨਾ ਬਹੁਤ ਵਧੀਆ ਲੱਗਿਆ। ਐਂਡ ਉੱਥੇ ਮੈਨੂੰ ਸਰ ਨੇ ਪੁੱਛਿਆ ਕਿ ਤੁਸੀਂ ਸਕਾਲਰਸ਼ਿਪ ਦੇ ਫਾਰਮ ਭਰੇ ਨੇ ਐਂਡ ਮੈਨੂੰ ਉਸ ਟਾਈਮ ਕੁਝ ਵੀ ਪਤਾ ਨਹੀਂ ਸੀ ਕਿ ਸਕਾਲਰਸ਼ਿਪ ਕੀ ਆ, ਕਾਹਦੀ ਸਕਾਲਰਸ਼ਿਪ ਦੀ ਗੱਲ ਕਰ ਰਹੇ ਨੇ। ਐਂਡ ਫਿਰ ਜਦੋਂ ਸਰ ਨੇ ਮੈਨੂੰ ਦੱਸਿਆ ਫਿਰ ਉਸ ਦਿਨ ਮੈਂ ਫਾਰਮ ਆਪਣੇ ਘਰੇ ਲੈ ਕੇ ਆਈ ਐਂਡ ਉਸ ਦਿਨ ਉਹ 4 ਤੋਂ 5 ਘੰਟੇ ਜਿਹੜੇ ਮੈਂ ਸਟਾਲ ਤੇ ਸੇਵਾ ਨਿਭਾਈ, ਉਹ 4 ਤੋਂ 5 ਘੰਟਿਆਂ ਵਿੱਚ ਮੈਨੂੰ ਇੰਨਾ ਜ਼ਿਆਦਾ ਇੰਸਪੀਰੇਸ਼ਨ ਮਿਲਿਆ, ਮੈਂ ਇੰਨਾ ਮੋਟੀਵੇਟ ਹੋਈ ਇੱਕ ਤਾਂ ਸਟੂਡੈਂਟਸ ਨੂੰ ਵੇਖ ਕੇ ਬਿਕੋਜ਼ ਮੇਰੀ ਏਜ ਦੇ ਸੀ ਐਂਡ ਜਦੋਂ ਆਪਾਂ ਏਜ ਦੇ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਆ ਤਾਂ ਇਹ ਆਪਾਂ ਨੂੰ ਜਿਹੜਾ ਮੋਟੀਵੇਸ਼ਨ ਆ ਉਹ ਜ਼ਿਆਦਾ ਮਿਲਦਾ ਹੈ। ਇਹ ਗੱਲ ਹੈਗੀ ਆ ਕਿ ਮੋਟੀਵੇਸ਼ਨ ਆਪਾਂ ਨੂੰ ਵੱਧ ਜਾਂਦਾ ਆਪਣਾ ਜਦੋਂ ਆਪਣੀ ਏਜ ਦੇ ਬੱਚੇ ਆਪਾਂ ਨੂੰ ਸਪੋਰਟ ਕਰਦੇ ਆ, ਆਪਣੇ ਫਰੈਂਡ ਸਰਕਲ ਚੋਂ ਕੋਈ ਕਹਿੰਦਾ ਹੈ। ਐਂਡ ਉਸ ਤੋਂ ਬਾਅਦ ਫਿਰ ਉਸ ਦਿਨ ਤੋਂ ਬਾਅਦ ਮੈਂ ਉਸੇ ਵੀਕ ਸਹਿਜ ਪਾਠ ਪ੍ਰਕਾਸ਼ ਕੀਤਾ, ਨਵੰਬਰ ਦੇ ਵਿੱਚ ਸਟਾਲ ਲਗਾਈ ਉਸੇ ਵੀਕ ਮੈਂ ਸਹਿਜ ਪਾਠ ਪ੍ਰਕਾਸ਼ ਕੀਤਾ ਐਂਡ ਮੈਨੂੰ ਬਹੁਤ ਵਧੀਆ ਫੀਲ ਹੋਣ ਲੱਗਾ, ਜਿਵੇਂ ਮੈਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿਣ ਲੱਗ ਗਈ ਐਂਡ ਫੈਮਿਲੀ ਵਿੱਚ ਵੀ ਪਤਾ ਨਹੀਂ ਮੈਨੂੰ ਕਿਉਂ ਐਵੇਂ ਲੱਗਣ ਲੱਗਿਆ ਕਿ ਫੈਮਿਲੀ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਬਰਕਤ ਹੈ ਐਂਡ ਫੈਮਿਲੀ ਦੇ ਵਿੱਚ ਹੁਣ ਹੋਰ ਵੀ ਖੁਸ਼ਹਾਲੀ ਆਈ ਹੈ। ਉਸ ਤੋਂ ਬਾਅਦ ਮੈਂ ਆਪਣਾ ਵਾਅਦਾ ਕੀਤਾ ਕਿ ਪਹਿਲਾਂ ਕਿਉਂਕਿ ਮੈਂ ਨਿਤਨੇਮ ਪੂਰਾ ਨਹੀਂ ਸੀ ਕਰਦੀ ਹੁੰਦੀ ਬਟ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੀ ਸੀ, ਮਾਰਨਿੰਗ ਜਪਜੀ ਸਾਹਿਬ ਦਾ ਐਂਡ ਥੋੜਾ ਪਾਠ ਕਦੇ ਕਰ ਲੈਂਦੀ ਹੁੰਦੀ ਸੀ। ਫਿਰ ਦਸੰਬਰ ਦੀਆਂ ਹੌਲੀਡੇਜ਼ ਆਉਂਦੀਆਂ ਜਦੋਂ ਉਸੇ ਈਅਰ ਤਾਂ ਮੈਂ ਆਪਣਾ ਪ੍ਰਣ ਕੀਤਾ ਕਿ ਸਾਰੀਆਂ ਛੁੱਟੀਆਂ ਮੈਂ ਨਿਤਨੇਮ ਕਰਨ ਦੀ ਆਪਣੀ ਆਦਤ ਬਣਾਉਣੀ ਆ, ਆਪਣੀ ਰੂਟੀਨ ਦੇ ਵਿੱਚ ਨਿਤਨੇਮ ਨੂੰ ਐਡ ਕਰਨਾ ਹੈ, ਮਾਰਨਿੰਗ ਦੀਆਂ 5 ਬਾਣੀਆਂ ਐਂਡ ਜਿੱਦਾਂ ਸਾਨੂੰ ਹੌਲੀਡੇਜ਼ ਹੋਈਆਂ ਮੈਂ ਰਾਤ ਨੂੰ ਆਪਣੇ ਮਾਈਂਡ ਨੂੰ ਨਾ ਕਹਿ ਕੇ ਪਈ ਕਿ ਹਾਂ ਮਾਰਨਿੰਗ ਅੰਮ੍ਰਿਤ ਵੇਲੇ ਉੱਠਣਾ ਹੈ ਐਂਡ ਨਿਤਨੇਮ ਸਟਾਰਟ ਕਰਨਾ ਹੈ ਐਂਡ ਵਾਹਿਗੁਰੂ ਬਖਸ਼ਿਸ਼ ਕਰਦੇ ਨੇ ਮੈਨੂੰ ਉਸੇ ਟਾਈਮ ਜਾਗ ਆਈ ਐਂਡ ਮੈਂ ਉਸ ਫਸਟ ਡੇ ਤੋਂ ਪੂਰਾ ਨਿਤਨੇਮ ਸਟਾਰਟ ਕੀਤਾ। ਫਿਰ ਮੇਰੀ ਰੂਟੀਨ ਬਹੁਤ ਵਧੀਆ ਬਣੀ ਰਹੀ ਉਹਨਾਂ ਛੁੱਟੀਆਂ ਦੀ, ਡੇਲੀ ਮਾਰਨਿੰਗ ਉੱਠ ਕੇ ਗੁਰਦੁਆਰਾ ਸਾਹਿਬ ਜਾਣਾ, ਉੱਥੇ ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰਨਾ ਬਿਕੋਜ਼ ਸ਼ਹੀਦੀ ਦਿਹਾੜੇ ਹੁੰਦੇ ਨੇ ਉਹਨਾਂ ਦਿਨਾਂ ਵਿੱਚ ਐਂਡ ਬਹੁਤ ਵਧੀਆ ਫੀਲ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਘਰ ਵਾਪਸ ਆ ਕੇ 5 ਬਾਣੀਆਂ ਨਿਤਨੇਮ ਦੀਆਂ ਕਰਨੀਆਂ ਐਂਡ ਉਹ ਜਿਹੜੇ 2-2.5 ਘੰਟੇ ਮਾਰਨਿੰਗ ਉੱਠਣ ਸਾਰ ਵਾਹਿਗੁਰੂ ਦੀ ਰਜ਼ਾ ਵਿੱਚ ਵਾਹਿਗੁਰੂ ਦੇ ਦਰ ਤੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਲੰਘ ਜਾਂਦੇ ਸੀ ਨਾ ਤਾਂ ਸਾਰਾ ਦਿਨ ਖੁਸ਼ ਲੰਘਦਾ ਸੀ। ਇੰਨੀਆਂ ਵਧੀਆ ਮੇਰੀਆਂ ਹੌਲੀਡੇਜ਼ ਲੰਘੀਆਂ ਉਹ ਕਿ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮੈਨੂੰ ਏਦਾਂ ਲੱਗਦਾ ਕਿ ਹੁਣ ਤੱਕ ਮੇਰੀਆਂ ਕਦੇ ਵੀ ਇੰਨੀਆਂ ਵਧੀਆ ਹੌਲੀਡੇਜ਼ ਆਈਆਂ ਹੀ ਨਹੀਂ ਸੀ। ਐਂਡ ਉਸ ਤੋਂ ਬਾਅਦ 1 ਜਨਵਰੀ ਨੂੰ ਮੋਗਾ ਜ਼ੋਨ ਦੇ ਜਿਹੜੇ ਸਟੂਡੈਂਟਸ ਨੇ ਐਂਡ ਸਾਡੇ ਵਾਈਸੀ ਨੇ ਕੋਠਾ ਗੁਰੂ ਕਾ ਫਿਰ ਸਟਾਲ ਲਗਾਈ ਅਸੀਂ ਐਂਡ ਜਦੋਂ ਮੈਨੂੰ ਪਤਾ ਲੱਗਿਆ ਕਿ ਉੱਥੇ ਸਟਾਲ ਲਗਾਉਣੀ ਹੈ ਐਂਡ ਮੈਂ ਫਿਰ 1 ਤਰੀਕ ਨੂੰ ਉੱਥੇ ਚਲੀ ਗਈ। ਉੱਥੇ ਜਾ ਕੇ ਸਟੇਜ ਲੱਗੀ ਹੋਈ ਸੀ ਐਂਡ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਇਹ ਸਟੇਜ ਦੇਖ ਕੇ ਮੱਲੋ ਮੱਲੀ ਦਿਲ ਕਰਦਾ ਕਿ ਮੈਂ ਵੀ ਕੁਝ ਪਰਫਾਰਮ ਕਰਾਂ ਉੱਥੇ ਜਾ ਕੇ। ਫਿਰ ਉੱਥੇ ਕਵਿਤਾ ਪਰਫਾਰਮ ਕੀਤੀ ਮਾਤਾ ਗੁਜਰੀ ਜੀ ਨਾਲ ਰਿਲੇਟਡ ਐਂਡ ਬਹੁਤ ਵਧੀਆ ਮੈਨੂੰ ਮਹਿਸੂਸ ਹੋਇਆ ਕਿਉਂਕਿ ਸਾਰੀਆਂ ਛੁੱਟੀਆਂ ਘਰੇ ਬੈਠ ਕੇ ਕੱਟੀਆਂ
ਤਾਂ ਅੰਦਰੋਂ curiosity ਅੰਦਰੋਂ ਦਿਲ ਕਰਦਾ ਸੀ ਕਿ ਕੋਈ ਐਕਟੀਵਿਟੀ ਪਰਫਾਰਮ ਕਰੀਏ। ਐਂਡ ਉੱਥੇ ਜਾ ਕੇ ਜਦੋਂ ਐਕਟੀਵਿਟੀ ਕੀਤੀ, ਸੰਗਤ ਦੇ ਦਰਸ਼ਨ ਹੋਏ, ਇੰਨਾ ਵਧੀਆ ਮਾਹੌਲ ਵੇਖਿਆ, ਫਿਰ ਤੋਂ ਉਹ ਵਾਲੀ ਸਾਰੀ ਮੈਨੂੰ ਜਿਹੜੀ ਮੇਰਾ ਸਾਥ ਸੀ ਮੈਨੂੰ ਫਿਰ ਤੋਂ ਮਿਲਿਆ। ਨਵੰਬਰ ਵਾਲਾ ਜਿਹੜਾ ਫਸਟ ਡੇ ਮੈਂ ਗੁਰੂ ਨਾਲ ਇੰਨਾ ਜੁੜ ਗਈ ਸੀਗੀ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਦੁਬਾਰਾ ਉਹ ਦਿਨ ਨਸੀਬ ਹੋਇਆ, ਮੈਨੂੰ ਬਹੁਤ ਖੁਸ਼ੀ ਹੋਈ। ਐਂਡ ਉੱਥੇ ਮੈਨੂੰ ਪਤਾ ਲੱਗਿਆ ਕਿ ਨੈਕਸਟ ਡੇ APP ਦੀ ਜਿਹੜੀ ਮੰਥਲੀ ਮੀਟਿੰਗ ਹੁੰਦੀ ਹੈ ਉਹ ਪਿੰਡ ਰੌਂਤਾ ਵਿਖੇ ਹੋ ਰਹੀ ਹੈ। 1 ਤਰੀਕ ਨੂੰ ਅਸੀਂ ਸਟਾਲ ਤੇ ਗਏ ਸੀ ਐਂਡ 2 ਤਰੀਕ ਨੂੰ ਮੀਟਿੰਗ ਸੀ। ਫਿਰ ਮੈਂ ਆਪਣੇ ਵਾਈਸੀ ਨੂੰ ਪੁੱਛਿਆ ਕਿ ਮੈਂ ਵੀ ਮੀਟਿੰਗ ਤੇ ਆ ਸਕਦੀ ਹਾਂ, ਬਿਕੋਜ਼ ਮੇਰਾ ਉਸ ਟਾਈਮ APP ਨੰਬਰ ਨਹੀਂ ਸੀਗਾ ਤੇ ਮੈਨੂੰ ਮਿਲਿਆ ਨਹੀਂ ਸੀ APP ਨੰਬਰ ਹਾਲੇ। ਤੇ ਫਿਰ ਮੈਨੂੰ ਏਦਾਂ ਸੀ ਕਿ ਹੋ ਸਕਦਾ ਮੈਨੂੰ ਮਨਾ ਕਰਨ, ਪਰ ਨਹੀਂ, ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਕਿ ਹਾਂਜੀ ਜ਼ਰੂਰ ਤੁਸੀਂ ਆ ਸਕਦੇ ਹੋ। ਫਿਰ ਅਗਲੇ ਦਿਨ ਮੈਂ ਆਪਣੀ ਸਹਿਜ ਪਾਠ ਵਾਲੀ ਡੈਰੀ ਲੈ ਕੇ ਮੀਟਿੰਗ ਤੇ ਚਲੀ ਗਈ ਐਂਡ ਉਹ ਮੇਰੀ ਫਸਟ ਮੀਟਿੰਗ ਸੀ ਤੇ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਨਾ, ਬਿਕੋਜ਼ ਸਟਾਲ ਤੇ ਥੋੜੇ ਬੱਚੇ ਘੱਟ ਹੁੰਦੇ ਆ, ਪਰ ਮੀਟਿੰਗ ਤੇ ਆਲ ਓਵਰ ਸਾਰੇ ਸਟੂਡੈਂਟਸ ਹੁੰਦੇ ਨੇ। ਜਿੱਦਾਂ ਦੀਆਂ ਵਿਚਾਰਾਂ ਸਾਰਾ ਦਿਨ ਮੈਂ ਕਰਦੀ ਸੀ, ਜਿੱਦਾਂ ਦੇ ਵਿਚਾਰ ਮੇਰੇ ਮਨ ਵਿੱਚ ਘੁੰਮਦੇ ਸੀ, ਜਦੋਂ ਸੇਮ ਥੋਟਸ ਵਾਲੇ ਜਿਹੜੇ ਪਰਸਨ ਆਪਾਂ ਨੂੰ ਮਿਲ ਜਾਂਦੇ ਆ ਨਾ, ਤਾਂ ਓਬਵੀਅਸ ਆ ਕਿ ਮਨ ਨੂੰ ਖੁਸ਼ੀ ਹੁੰਦੀ ਹੈ। ਐਂਡ ਜਦੋਂ ਆਪਣੇ ਵਾਈਸ ਨੂੰ ਉੱਥੇ ਮੋਰਲ ਵੈਲਿਊਜ਼ ਦਿੰਦੇ ਨੇ ਹਰੇਕ ਮੀਟਿੰਗ ਦੇ ਵਿੱਚ, ਉਹ ਗੱਲਾਂ ਸੁਣਨੀਆਂ ਬੜੀਆਂ ਵਧੀਆ ਲੱਗਦੀਆਂ ਨੇ। ਤੇ ਉਹ ਜਿਹੜੇ 2 ਤੋਂ 3 ਘੰਟੇ ਮੈਂ ਲੰਘਾਏ ਉੱਥੇ ਮੀਟਿੰਗ ਦੇ ਵਿੱਚ, ਮੈਨੂੰ ਬਹੁਤ ਵਧੀਆ ਲੱਗੇ। ਐਂਡ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਕਿ ਉਸ ਤੋਂ ਮੀਟਿੰਗ ਦਾ 3 ਤੋਂ 4 ਦਿਨਾਂ ਬਾਅਦ ਮੇਰਾ APP ਨੰਬਰ ਆ ਗਿਆ। ਐਂਡ ਉਸ ਤੋਂ ਬਾਅਦ ਇਸ ਤਰ੍ਹਾਂ ਮੈਂ APP ਨਾਲ ਜੁੜੀ। ਐਂਡ ਉਸ ਤੋਂ ਬਾਅਦ ਜਦੋਂ ਨਵੰਬਰ ਦੇ ਵਿੱਚ ਮੈਂ ਸਹਿਜ ਪਾਠ ਪ੍ਰਕਾਸ਼ ਕੀਤਾ ਤਾਂ ਮੈਂ ਘਰ ਵਿੱਚ ਵੀ ਸਹਿਜ ਪਾਠ ਕਰਨ ਲੱਗ ਗਈ। ਸਾਰੇ ਮੈਨੂੰ ਦੇਖਦੇ ਸੀਗੇ। ਮੇਰੇ ਫਾਦਰ ਸਾਹਿਬ ਨੇ, ਮੇਰੇ ਡੈਡੀ ਸੀ, ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਹੈ, ਅੰਮ੍ਰਿਤਪਾਨ ਕੀਤਾ ਹੋਇਆ ਉਹਨਾਂ ਨੇ, ਉਹ ਨਿਤਨੇਮ ਕਰਦੇ ਸੀ। ਪਰ ਉਹਨਾਂ ਨੂੰ ਮੇਰੇ ਤੋਂ ਪ੍ਰੇਰਨਾ ਮਿਲੀ ਕਿ ਜਦੋਂ ਬੱਚੀ ਹੈ ਮੇਰੇ ਤੋਂ ਕਿੰਨੀ ਛੋਟੀ ਹੈ, ਜਦੋਂ ਇਹ ਸਹਿਜ ਪਾਠ ਕਰਦੀ ਹੈ ਤਾਂ ਮੈਨੂੰ ਵੀ ਜ਼ਰੂਰ ਕਰਨਾ ਚਾਹੀਦਾ ਹੈ। ਐਂਡ ਉਸੇ ਮੰਥ ਫਿਰ ਮੇਰੇ ਡੈਡੀ ਨੇ ਵੀ ਸਹਿਜ ਪਾਠ ਪ੍ਰਕਾਸ਼ ਕੀਤਾ। ਐਂਡ ਮੇਰੀ ਛੋਟੀ ਭੈਣ 7th ਕਲਾਸ ਵਿੱਚ ਪੜ੍ਹਦੀ ਸੀ ਉਸ ਟਾਈਮ। ਮੈਂ ਉਹਨੂੰ ਸਮਝਾਇਆ ਕਿ ਏਦਾਂ ਏਦਾਂ ਹੁੰਦਾ ਹੈ, ਤੇ ਉਹਨੂੰ ਕਿਉਂਕਿ ਉਹਨੂੰ ਵੀ curiosity ਆਈ ਸੀਗੀ ਜਦੋਂ ਉਹਨੇ ਮੈਨੂੰ ਪਹਿਲੀ ਵਾਰ ਕਰਦੀ ਨੂੰ ਦੇਖਿਆ। ਮੈਨੂੰ ਬਾਅਦ ਮੈਂ ਕਰ ਲਿਆ ਸਹਿਜ ਪਾਠ, ਮੈਂ ਕਰ ਚੁੱਕੀ ਸੀ, ਤਾਂ ਉਸਨੇ ਮੈਨੂੰ ਪੁੱਛਿਆ ਕਿ ਇਹ ਕੀ ਸੀ, ਕਿਵੇਂ ਹੁੰਦਾ ਹੈ ਹਨਾ। ਤਾਂ ਇਹ ਓਬਵੀਅਸ ਆ ਕਿ ਜਦੋਂ ਆਪਾਂ ਨੂੰ ਕਿਸੇ ਨਵੀਂ ਚੀਜ਼ ਬਾਰੇ ਥੋੜਾ ਜਿਹਾ ਵੀ ਪਤਾ ਲੱਗੇ ਨਾ, ਤਾਂ ਆਪਣੇ ਅੰਦਰ ਹੀ curiosity ਆਉਂਦੀ ਆ ਕਿ ਆਪਾਂ ਨੂੰ ਉਹਦੀ ਤਹਿ ਤੱਕ ਜਾਈਏ। ਐਂਡ ਸਪੈਸ਼ਲੀ ਬੱਚਿਆਂ ਦੇ ਵਿੱਚ ਇਹ ਹੁੰਦਾ ਹੈ। ਤੇ ਉਹਨੇ curiosity ਦੇ ਵਿੱਚ ਮੈਨੂੰ ਕਿਹਾ ਕਿ ਮੈਂ ਵੀ ਸਟਾਰਟ ਕਰਨਾ ਹੈ। ਪਹਿਲਾਂ ਮੈਨੂੰ ਏਦਾਂ ਸੀ ਕਿ ਹਨਾ ਛੋਟੇ ਬੱਚੇ ਹੁੰਦੇ ਨੇ, ਜੇ ਉਹਨਾਂ ਤੋਂ ਕੰਪਲੀਟ ਨਾ ਹੋਇਆ, ਬਟ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ, ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਉਹਨੇ ਵੀ ਸਹਿਜ ਪਾਠ ਪੂਰੀ ਮਰਿਆਦਾ ਦੇ ਨਾਲ ਕੰਟੀਨਿਊ ਕੀਤਾ। ਐਂਡ ਉਸ ਤੋਂ ਬਾਅਦ ਮੇਰੇ ਮਦਰ ਵੀ ਪ੍ਰੇਰਿਤ ਹੋਏ ਐਂਡ ਆਈ ਵਾਸ ਸੋ ਇੰਪ੍ਰੈਸਡ ਕਿ 2 to 3 ਮੰਥ ਦੇ ਅੰਡਰ ਜਿਹੜੇ ਮੇਰੇ ਮਾਮਾ ਜੀ ਨੇ ਤੇ ਡੈਡੀ ਜੀ ਤੇ ਸਿਸਟਰ ਤਿੰਨੋਂ ਨੇ ਸਹਿਜ ਪਾਠ ਪ੍ਰਕਾਸ਼ ਕੀਤਾ। ਉਸ ਤੋਂ ਬਾਅਦ ਜਿਵੇਂ ਹੁਣ ਮੈਂ ਘਰੇ ਰਹਿੰਦੀ ਸੀ, ਘਰ ਦਾ ਮਾਹੌਲ ਵੀ ਪੂਰਾ ਵਧੀਆ ਸੀ ਐਂਡ ਛੁੱਟੀਆਂ ਦੇ ਵਿੱਚ ਸਾਰਾ ਦਿਨ ਮਤਲਬ ਵਧੀਆ ਲੰਘਦਾ ਸੀ। ਐਂਡ ਉਸ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਨੈਕਸਟ ਡੇ ਮੈਂ ਸਕੂਲ ਗਈ ਤਾਂ ਓਬਵੀਅਸ ਆ ਜਿਹੜੇ ਵਿਚਾਰ ਮੇਰੇ ਦਿਮਾਗ ਦੇ ਵਿੱਚ ਚੱਲਦੇ ਸੀ, ਮੈਂ ਉਹੀ ਗੱਲਾਂ ਜਾ ਕੇ ਸਕੂਲ ਵਿੱਚ ਸਟਾਰਟ ਕਰ ਦਿੰਦੀ ਸੀ ਹਨਾ, ਫਰੈਂਡਸ ਦੇ ਨਾਲ ਬੈਠੀ ਫਰੈਂਡ ਸਰਕਲ ਦੇ ਵਿੱਚ। ਤੇ ਜਦੋਂ ਮੈਂ ਉੱਥੇ ਆਪਣੇ ਫਰੈਂਡਸ ਨਾਲ ਜਾ ਕੇ ਗੱਲਾਂ ਸਟਾਰਟ ਕੀਤੀਆਂ ਐਂਡ ਉੱਥੇ ਨਾ ਮੇਰੇ ਫਰੈਂਡਸ ਨੂੰ ਵੀ APP ਬਾਰੇ ਪਤਾ ਲੱਗਿਆ, ਐਜੂਕੇਟ ਪੰਜਾਬ ਪ੍ਰੋਜੈਕਟ ਬਾਰੇ ਮੈਂ ਦੱਸਿਆ ਐਂਡ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮਾਰਚ ਮੰਥ ਦੇ ਐਂਡ ਤੇ ਆ ਕੇ ਮਤਲਬ ਮੇਰੇ ਤੋਂ ਪ੍ਰੇਰਿਤ ਹੋ ਕੇ ਜਦੋਂ ਇੱਕ ਅੱਧੀ ਵਾਰ ਹੁੰਦਾ ਨਾ ਜਾ ਕੇ ਮੈਂ ਦੱਸੀਆਂ, ਪਰ ਜਦੋਂ ਮੈਂ ਡੇਲੀ ਸੇਮ ਗੱਲਾਂ ਸਟਾਰਟ ਕਰ ਲੈਂਦੀ ਸੀ ਸਕੂਲ ਜਾ ਕੇ ਤਾਂ ਉਹਨਾਂ ਨੂੰ ਬਹੁਤ ਪ੍ਰੇਰਨਾ ਮਿਲੀ। ਐਂਡ ਮੇਰੇ ਨਾਲ ਫਰੈਂਡ ਸਰਕਲ ਦੇ ਵਿੱਚੋਂ 3 ਫਰੈਂਡਸ ਨੇ ਸਹਿਜ ਪਾਠ ਆਰੰਭ ਕੀਤਾ। ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਵੀ ਹੁਣ ਰੈਗੂਲਰ ਕਰ ਰਹੇ ਨੇ। ਐਂਡ ਮੇਰੇ ਇੰਚਾਰਜ ਟੀਚਰ ਉਹਨਾਂ ਨੇ ਵੀ ਸਹਿਜ ਪਾਠ ਆਰੰਭ ਕਰ ਲਿਆ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਵਾਹਿਗੁਰੂ ਦੀ ਇਸ ਤੋਂ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ। ਐਂਡ ਮੈਨੂੰ ਤਾਂ ਸੀਰੀਅਸਲੀ ਏਦਾਂ ਲੱਗਦਾ ਹੈ ਕਿ ਜਿਹੜੀਆਂ ਮੈਨੂੰ ਗੁਰਬਾਣੀ ਨਾਲ ਜੁੜਨ ਤੋਂ ਪਹਿਲਾਂ ਖੁਸ਼ੀਆਂ ਸੀ ਉਹ ਤਾਂ ਇਹਦੇ ਅੱਗੇ ਕੁਛ ਵੀ ਨਹੀਂ ਨੇ। ਤੇ ਫੈਮਿਲੀ ਵਿੱਚ ਜਿਹੜੀਆਂ ਬਰਕਤਾਂ ਆਈਆਂ ਨੇ, ਖੁਸ਼ਹਾਲੀ ਆਈ ਹੈ ਫੈਮਿਲੀ ਦੇ ਵਿੱਚ, ਸੀਰੀਅਸਲੀ ਮਨ ਨੂੰ ਬਹੁਤ ਵਧੀਆ ਫੀਲ ਹੁੰਦਾ ਹੈ। ਵਾਹਿਗੁਰੂ ਤੋਂ ਬਿਨਾਂ ਸਾਡਾ ਕਿਤੇ ਵੀ ਟਿਕਾਣਾ ਨਹੀਂ ਹੈ। ਬਹੁਤ ਵਧੀਆ ਲੱਗਦਾ ਜਦੋਂ ਬਾਣੀ ਪੜ੍ਹਦੇ ਹਾਂ। ਹੁਣ ਕਿਉਂਕਿ ਹੁਣ ਸਾਰਾ ਦਿਨ ਏਦਾਂ ਦਿਲ ਕਰਦਾ ਹੈ ਕਿ ਕੋਈ ਮੇਰੇ ਨਾਲ ਬਸ ਸਹਿਜ ਪਾਠ ਬਾਰੇ ਹੀ ਵਿਚਾਰਾਂ ਕਰੀ ਜਾਵੇ। ਐਂਡ ਹਰੇਕ ਮੰਥ ਹੁਣ ਵੇਟ ਹੁੰਦੀ ਹੈ ਕਿ ਕਦੋਂ ਇਹ ਮੰਥ ਖਤਮ ਹੋਵੇ ਐਂਡ ਨੈਕਸਟ ਮੰਥ ਦਾ ਪਹਿਲਾ ਸੰਡੇ ਆਵੇ ਤੇ ਮੀਟਿੰਗ ਦੇ ਵਿੱਚ ਜਾ ਕੇ ਮਿਲੀਏ, ਨਵੀਆਂ ਵਿਚਾਰਾਂ ਸੁਣੀਏ, ਨਵਾਂ ਕੁਝ ਸਿੱਖੀਏ। ਹਰੇਕ ਸੰਡੇ ਇਸ ਕੈਂਪ ਦੀ ਵੇਟ ਹੁੰਦੀ ਹੈ ਕਿ ਨਿਊ ਪਰਸਨੈਲਿਟੀਜ਼ ਨੂੰ ਮਿਲੀਏ ਐਂਡ ਉਹਨਾਂ ਦੇ ਵਿਚਾਰ ਸੁਣੀਏ, ਆਪਣੇ ਕੋਈ ਡਾਊਟਸ ਆ ਉਹ ਕਲੀਅਰ ਕਰੀਏ। ਬਹੁਤ ਵਧੀਆ ਲੱਗਦਾ ਹੈ ਬਿਕੋਜ਼ ਇੱਕ ਵੇਟ ਦੇ ਵਿੱਚ ਜਦੋਂ ਆਪਾਂ ਟਾਈਮ ਲੰਘਾਉਂਦੇ ਹਾਂ ਨਾ ਤਾਂ ਉਹ ਟਾਈਮ ਵੀ ਖੁਸ਼ੀ ਲੰਘਦਾ ਹੈ ਐਂਡ ਪੋਜ਼ਿਟਿਵ ਵੇ ਦੇ ਨਾਲ ਲੰਘਦਾ ਹੈ।
ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਬਿਕੋਜ਼ ਗੁਣ ਹਰ ਇੱਕ ਬੱਚੇ ਦੇ ਅੰਦਰ ਹੁੰਦੇ ਨੇ। ਮੈਂ ਇਹ ਵੀ ਦੇਖਿਆ ਕਿ ਗੁਣ ਤਾਂ ਹਰੇਕ ਬੱਚੇ ਦੇ ਅੰਦਰ ਹੁੰਦੇ ਨੇ, ਪਰ ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪਲੇਟਫਾਰਮ ਮਿਲ ਜਾਂਦਾ ਹੈ ਤੇ ਉਹ ਆਪਣੇ ਗੁਣ ਸਾਰਿਆਂ ਸਾਹਮਣੇ ਦਿਖਾ ਲੈਂਦੇ ਨੇ ਤੇ ਉਹਨਾਂ ਨਾਲ ਕੁਝ ਸਕਸੈਸ ਪ੍ਰਾਪਤ ਕਰਦੇ ਨੇ, ਆਪਣੀ ਲਾਈਫ ਦੇ ਵਿੱਚ ਕੁਝ ਹਾਸਿਲ ਕਰ ਲੈਂਦੇ ਨੇ। ਤੇ ਮੈਂ ਬਹੁਤ ਮਾਣ ਨਾਲ ਕਹਿੰਦੀ ਹਾਂ ਕਿ ਮੈਨੂੰ ਉਹ ਪਲੇਟਫਾਰਮ ਮਿਲ ਗਿਆ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਜਿੱਥੇ ਮੈਨੂੰ ਮੇਰੀਆਂ ਗਲਤੀਆਂ ਦੱਸਣ ਵਾਲੇ ਬਹੁਤ ਨੇ। ਜਿੱਥੇ ਮੈਂ ਗਲਤੀ ਕਰਦੀ ਹਾਂ ਮੈਨੂੰ ਪੂਰੇ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ, ਸਿੱਧੇ ਰਾਹ ਤੇ ਤੁਰਨ ਲਈ ਮੈਨੂੰ ਬਹੁਤ ਕੁਛ ਕੀਤਾ ਜਾਂਦਾ ਹੈ, ਮੈਨੂੰ ਪੂਰੀ ਸਪੋਰਟ ਮਿਲਦੀ ਆ ਜੋ ਵੀ ਵਧੀਆ ਕੰਮ ਕਰਦੀ ਆ। ਦਾ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ। ਬਹੁਤ ਧੰਨਵਾਦ ਕਰਦੀ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਜੋ ਮੈਨੂੰ ਬੋਲਣ ਦਾ ਮੌਕਾ ਦਿੱਤਾ। ਬਹੁਤ ਵਧੀਆ ਫੀਲ ਹੋਇਆ ਐਂਡ ਆਸ ਕਰਦੀ ਹਾਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਏਦਾਂ ਹੀ ਬੱਚਿਆਂ ਦੀ ਮਦਦ ਕਰਦਾ ਰਹੇ। ਅੰਤ ਵਿੱਚ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਬੜੇ ਪਿਆਰ ਦੇ ਨਾਲ ਆਪ ਜੀ ਨੇ ਆਪਣਾ ਸਹਿਜ ਪਾਠ ਐਕਸਪੀਰੀਅੰਸ ਜਿਹੜਾ ਸ਼ੇਅਰ ਕੀਤਾ ਜੀ, ਕਿ ਕਿਸ ਤਰ੍ਹਾਂ ਆਪ ਜੀ ਸੇਵਾ ਤੇ ਬਾਣੀ ਨਾਲ ਜੁੜੇ ਤੇ ਫਿਰ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਤੁਸੀਂ ਪ੍ਰਾਪਤ ਕੀਤੀਆਂ। ਮੀਨਸ ਕਿ ਆਪਣੀ ਲਾਈਫ ਦੇ ਵਿੱਚ ਵੀ ਤੁਸੀਂ ਚੇਂਜ ਲਿਆਤਾ ਤੇ ਨਾਲ ਹੀ ਆਪਣੀ ਫੈਮਿਲੀ ਤੇ ਫਰੈਂਡਸ ਨੂੰ ਵੀ ਬਾਣੀ ਦੇ ਨਾਲ ਜੋੜਿਆ, ਜੋ ਕਿ ਬੜੀ ਵੱਡੀ ਗੱਲ ਹੈਗੀ ਹੈ। ਸੋ ਬਹੁਤ ਵਧੀਆ ਜੀ, ਵਾਹਿਗੁਰੂ ਜੀ ਆਪ ਜੀ ਤੇ ਮਿਹਰ ਬਣਾਏ ਰੱਖਣ। ਸੋ ਆਪਾਂ ਨੈਕਸਟ ਸੈਸ਼ਨ ਵੱਲ ਵਧਦੇ ਹਾਂ ਜੀ, ਜੋ ਕਿ ਲੈਣਗੇ ਬ੍ਰਹਮਲੀਨ ਕੌਰ ਜੀ ਮੋਗਾ ਤੋਂ, ਪਟਿਆਲਾ ਤੋਂ ਜੀ, ਜਿਨ੍ਹਾਂ ਦਾ APP ਨੰਬਰ ਹੈਗਾ ਜੀ 16467। ਜੇਕਰ ਜੁੜ ਚੁੱਕੇ ਹਨ ਤਾਂ ਜੀ हैंड रेस करके अपने आप को अनम्यूट कर लो जी। वाहिगुरु जी का खालसा, वाहिगुरु जी की फतेह। मेरा नाम ब्रह्मलीन कौर है, मेरा EPP नंबर 16467। मैं जोन पटियाला तो हाँ जी। अज का मेरा टॉपिक है बिल्डिंग सेल्फ कॉन्फिडेंस। मैं स्क्रीन शेयर करनी चाहूँगी। मेरी स्क्रीन शेयर नहीं हो रही। ट्राई करो। आप जी नो मेरी स्क्रीन शो हो रही है जी? नहीं हो रही जी, दोबारा ट्राई करो। हो रही है जी, हो रही है जी। हाँ जी, आज का मेरा विषय है बिल्डिंग सेल्फ कॉन्फिडेंस। Introduction. Self-confidence refers to a capability that one develops to have a good sense of self-esteem and believe more in yourself. It is not the type of capability to achieve in a short time, but it requires a long time to progress to achieve self-confidence. Also, self-confidence may drop at a certain time, so it is important to protect and nurture what has built on you. अर्थ ਸਵੈ ਵਿਸ਼ਵਾਸ ਇੱਕ ਸਮਰੱਥਾ ਨੂੰ ਦਰਸਾਉਂਦਾ ਹੈ ਜੋ ਇੱਕ ਸਵੈ ਮਾਣ ਦੀ ਚੰਗੀ ਭਾਵਨਾ ਰੱਖਣ ਅਤੇ ਆਪਣੇ ਆਪ ਵਿੱਚ ਵਧੇਰੇ ਵਿਸ਼ਵਾਸ ਕਰਨ ਲਈ ਵਿਕਸਿਤ ਕਰਦਾ ਹੈ। ਮਤਲਬ ਸੈਲਫ ਕੌਨਫੀਡੈਂਸ ਸਾਨੂੰ ਆਪਣੇ ਅੰਦਰ ਹੀ ਇੱਕ ਕਾਬਲੀਅਤ ਦਿੰਦਾ ਹੈ ਕਿ ਅਸੀਂ ਆਪਣੇ ਉੱਤੇ ਇਤਨਾ ਮਾਣ ਰੱਖ ਸਕਦੇ ਹਾਂ, ਆਪਣੇ ਉੱਤੇ ਇਤਨਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਜੋ ਵੀ ਅਸੀਂ ਫੈਸਲਾ ਲਈਏ, ਅਸੀਂ ਆਪਣੀ ਕੁਛ ਵੀ ਆਪਣਾ ਮਤਲਬ ਗੱਲ ਕਰੀਏ ਤਾਂ ਸਾਨੂੰ ਉਸ ਉੱਤੇ ਵਿਸ਼ਵਾਸ ਰਹੇ ਕਿ ਹਾਂ ਮੈਂ ਜੋ ਕਿਹਾ ਹੈ ਸਹੀ ਹੈ। ਸੈਲਫ ਇਸਟੀਮ यानी रिस्पेक्ट या एडमायरेशन कि ਤੁਹਾਨੂੰ ਆਪਣੇ ਆਪ ਉੱਤੇ ਜਾਂ ਕਿਸੇ ਉੱਤੇ ਇੱਕ ਮਾਣ ਹੈ ਕਿ ਤੁਹਾਡੇ ਅੰਦਰ ਇਹ ਗੁਣ ਹੈ ਕਿ ਤੁਸੀਂ ਆਪਣਾ ਫੈਸਲਾ ਆਪ ਲੈ ਸਕਦੇ ਹੋ। ਇਹ ਥੋੜੇ ਸਮੇਂ ਵਿੱਚ ਪ੍ਰਾਪਤ ਕਰਨ ਦੀ ਸਮਰੱਥਾ ਦੀ ਕਿਸਤ ਨਹੀਂ ਹੈ, ਪਰ ਸਵੈ ਵਿਸ਼ਵਾਸ ਪ੍ਰਾਪਤ ਕਰਨ ਲਈ ਤਰੱਕੀ ਕਰਨ ਲਈ ਲੰਬੇ ਸਮੇਂ ਦੀ ਲੋੜ ਹੁੰਦੀ ਹੈ। ਸੈਲਫ ਕੌਨਫੀਡੈਂਸ ਨੂੰ ਅਸੀਂ ਬਿਲਕੁਲ ਥੋੜੇ ਸਮੇਂ ਵਿੱਚ, ਜੇ ਅਸੀਂ ਕਹੀਏ ਕੁਝ ਦਿਨਾਂ ਵਿੱਚ, ਕੁਝ ਮਹੀਨਿਆਂ ਵਿੱਚ ਤਾਂ ਨਹੀਂ ਆਪਣੇ ਅੰਦਰ ਲਿਆ ਸਕਦੇ। ਇਹ ਲੌਂਗ ਟਰਮ ਗੋਲ ਕਹਿ ਸਕਦੇ ਹਾਂ ਹੁੰਦਾ ਹੈ, ਪਰ ਅਗਰ ਅਸੀਂ ਪੂਰੀ ਕੋਸ਼ਿਸ਼ ਨਾਲ ਇਸ ਨੂੰ ਕਰਨਾ ਚਾਹੀਏ ਤਾਂ ਇਹ ਜ਼ਰੂਰ ਪੂਰਾ ਹੁੰਦਾ ਹੈ ਅਤੇ ਸਾਡੇ ਅੰਦਰ ਸੈਲਫ ਕੌਨਫੀਡੈਂਸ ਆਉਂਦਾ ਹੈ। ਆਲਸੋ ਸੈਲਫ ਕੌਨਫੀਡੈਂਸ may drop at a certain time। ਨਾਲ ਹੀ ਇੱਕ ਨਿਸ਼ਚਿਤ ਸਮੇਂ ਤੇ ਸਵੈ ਵਿਸ਼ਵਾਸ ਘਟ ਸਕਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਤੇ ਕੀ ਬਣਿਆ ਹੈ ਉਸਦੀ ਰੱਖਿਆ ਤੇ ਪਾਲਣ ਪੋਸ਼ਣ ਕਰਨਾ ਜ਼ਰੂਰੀ ਹੈ। ਇੱਕ ਸਮਾਂ ਐਸਾ ਆ ਸਕਦਾ ਹੈ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡਾ ਸੈਲਫ ਕੌਨਫੀਡੈਂਸ ਘਟ ਰਿਹਾ ਹੈ, ਤਾਂ
ਤੁਸੀਂ ਆਪਣੇ ਸੈਲਫ ਕੌਨਫੀਡੈਂਸ ਨੂੰ ਘਟਣ ਨਹੀਂ ਦੇਣਾ, ਤੁਸੀਂ ਆਪਣੇ ਆਪ ਉੱਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ ਕਿ ਹਾਂ ਮੈਂ ਇਹ ਕੰਮ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ। ਜਿਵੇਂ ਕਿ ਗੁਰਬਾਣੀ ਦੀ ਵੀ ਤੁਕ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, with our own hands let us resolve our own affairs। ਆਪਣੇ ਹੱਥਾਂ ਨਾਲ ਆਪਣਾ ਕੰਮ ਆਪੇ ਹੀ ਸਵਾਰਨਾ ਚਾਹੀਦਾ ਹੈ। ਸਾਨੂੰ ਦੂਜੇ ਭਰੋਸੇ ਨਹੀਂ ਰਹਿਣਾ ਚਾਹੀਦਾ ਕਿ ਮੇਰਾ ਕੰਮ ਉਹ ਕਰ ਦੇਗਾ ਜਾਂ ਕਰ ਦੇਗੀ। ਜਿਵੇਂ ਕਿ ਬੱਚੇ ਆਪਣਾ ਸਕੂਲ ਦਾ ਕੰਮ ਨਹੀਂ ਕਰਦੇ, ਆਪਣੇ ਦੋਸਤਾਂ ਨੂੰ, ਮਾਤਾ ਪਿਤਾ ਨੂੰ, ਕਿਸੇ ਨੂੰ ਵੀ ਕਹਿ ਦਿੰਦੇ ਹਨ ਕਿ ਮੇਰਾ ਕੰਮ ਕਰ ਦਿਓ, ਉਹ ਤੁਸੀਂ ਬਹੁਤ ਗਲਤ ਕਰ ਰਹੇ ਹੋ। ਤੁਹਾਨੂੰ ਆਪਣੇ ਆਪ ਉੱਤੇ ਇਤਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਉਹ ਕੰਮ ਕਰ ਸਕਦੇ ਹੋ। ਤੁਸੀਂ ਦੂਜੇ ਦੀ ਮਦਦ ਲਓ ਹੀ ਕਿਉਂ? ਅਗਰ ਤੁਸੀਂ ਆਪਣੇ ਆਪ ਵਿੱਚ ਇਹ ਭਾਵਨਾ ਰੱਖੋਗੇ ਕਿ ਹਾਂ ਮੈਂ ਇਹ ਕੰਮ ਆਪੇ ਹੀ ਕਰਾਂ, ਤਾਂ ਤੁਸੀਂ ਉਹ ਕੰਮ ਜ਼ਰੂਰ ਕਰ ਸਕੋਗੇ। How can we develop self-confidence? Developing self-confidence is very important so that you can value yourself more and have a solid self-esteem. ਸਵੈ ਵਿਸ਼ਵਾਸ ਦਾ ਵਿਕਾਸ ਕਰਨਾ ਬਹੁਤ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਆਪਣੇ ਆਪ ਦੀ ਵਧੇਰੀ ਕਦਰ ਕਰ ਸਕੋ ਅਤੇ ਮਜ਼ਬੂਤ ਸਵੈ ਮਾਣ ਪ੍ਰਾਪਤ ਕਰ ਸਕੋ। ਇਹ ਇਸ ਲਈ ਹੈ ਤਾਂ ਕਿ ਤੁਸੀਂ ਜਿਹੜਾ ਆਪਣਾ ਸੈਲਫ ਕੌਨਫੀਡੈਂਸ ਹੈ ਉਸਨੂੰ ਹੋਰ ਡਿਵੈਲਪ ਕਰੋ। ਅਗਰ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਵੈਲਿਊ ਦੋਗੇ ਤਾਂ ਤੁਹਾਡਾ ਸੈਲਫ ਕੌਨਫੀਡੈਂਸ ਆਪਣੇ ਆਪ ਵਧੇਗਾ ਅਤੇ ਤੁਹਾਡਾ ਸਵੈ ਮਾਣ ਬਹੁਤ ਹੀ ਪੱਕਾ ਰਹੇਗਾ। There are lots of practices to help build self-confidence, but first of all, you can start with love yourself. ਸਵੈ ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਅਭਿਆਸ ਹਨ, ਪਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਿਆਰ ਨਾਲ ਸ਼ੁਰੂ ਕਰੋ। ਸੈਲਫ ਕੌਨਫੀਡੈਂਸ ਬਹੁਤ ਤਰੀਕਿਆਂ ਨਾਲ ਵੱਧਦਾ ਹੈ, ਪਰ ਇਸ ਦਾ ਅਰਥ ਇਹ ਲੈ ਸਕਦੇ ਹਾਂ ਕਿ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਜੇ ਤੁਸੀਂ ਆਪਣੇ ਆਪ ਨੂੰ ਵੈਲਿਊ ਦਿਓ, ਜਿਵੇਂ ਮੈਂ ਪਹਿਲਾਂ ਦੱਸਿਆ, ਜਾਂ ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਆਪ ਦੀ ਇਤਨੀ ਅਹਿਮੀਅਤ ਰੱਖੋ, ਤਾਂ ਉਸ ਨਾਲ ਤੁਹਾਡਾ ਸੈਲਫ ਕੌਨਫੀਡੈਂਸ ਅੱਛੀ ਤਰ੍ਹਾਂ ਵੱਧ ਸਕਦਾ ਹੈ। It is difficult to build self-confidence when you do not feel good and do not love yourself. Start with love yourself, be kind to yourself, and feel good about anything that you have. Self-confidence ਨੂੰ ਜਦੋਂ ਤੁਸੀਂ ਚੰਗਾ ਮਹਿਸੂਸ ਨਹੀਂ ਕਰਦੇ ਤਾਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ, ਤਾਂ ਸਵੈ ਵਿਸ਼ਵਾਸ ਪੈਦਾ ਕਰਨਾ ਮੁਸ਼ਕਿਲ ਹੁੰਦਾ ਹੈ। ਆਪਣੇ ਆਪ ਨੂੰ ਪਿਆਰ ਨਾਲ ਸ਼ੁਰੂ ਕਰੋ, ਆਪਣੇ ਲਈ ਦਿਆਲੂ ਬਣੋ ਤੇ ਜੋ ਵੀ ਤੁਹਾਡੇ ਕੋਲ ਹੈ ਉਸ ਬਾਰੇ ਚੰਗਾ ਮਹਿਸੂਸ ਕਰੋ। ਸਾਡੇ ਮਨੁੱਖਾਂ ਦੀ ਇੱਕ ਬਹੁਤ ਹੀ ਮਾੜੀ ਆਦਤ ਹੈ ਲਾਲਸਾ ਦੀ, ਮਤਲਬ ਜਿੰਨਾ ਸਾਡੇ ਕੋਲ ਹੁੰਦਾ ਹੈ ਅਸੀਂ ਉਹਨੇ ਵਿੱਚ ਖੁਸ਼ ਨਹੀਂ ਰਹਿ ਸਕਦੇ। ਸਾਨੂੰ ਹੋਰ ਦਾ ਲੋਭ ਰਹਿੰਦਾ ਹੈ ਕਿ ਸਾਡੇ ਕੋਲ ਹੋਰ ਚੀਜ਼ਾਂ ਹੋਣ। ਜਿਵੇਂ ਇੱਕ ਇਨਸਾਨ ਕੋਲ ਗੱਡੀ ਹੈ ਤਾਂ ਉਹ ਇਹ ਸੋਚੇਗਾ ਕਿ ਮੇਰੇ ਕੋਲ ਇੱਕ ਗੱਡੀ ਹੋਰ ਹੋਣੀ ਚਾਹੀਦੀ ਹੈ। ਸਾਨੂੰ ਆਪਣੇ ਅੰਦਰੋਂ ਲੋਭ ਦੀ ਭਾਵਨਾ ਨੂੰ ਖਤਮ ਕਰਨਾ ਚਾਹੀਦਾ ਹੈ। ਸਾਡੇ ਕੋਲ ਜਿੰਨਾ ਰੱਬ ਨੇ ਦਿੱਤਾ ਹੈ ਉਹਨੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। Talk to yourself about things that you like, life goals, and try to stay positive as much as you can. Stop comparing your life with others and focus on planning your life with all strength that you have. ਆਪਣੇ ਨਾਲ ਉਹਨਾਂ ਚੀਜ਼ਾਂ ਬਾਰੇ ਗੱਲ ਕਰੋ ਜੋ ਤੁਸੀਂ ਪਸੰਦ ਕਰਦੇ ਹੋ। ਜੀਵਨ ਦੀ ਟੀਚਿਆਂ ਬਾਰੇ, ਟੀਚਿਆਂ ਯਾਨੀ ਏਮ, ਤੁਹਾਡੇ ਗੋਲ ਬਾਰੇ, ਤੁਸੀਂ ਲਾਈਫ 'ਚ ਕੀ ਬਣਨਾ ਚਾਹੁੰਦੇ ਹੋ, ਆਪਣੇ ਆਪ ਨੂੰ ਪੁੱਛੋ। ਆਪਣੇ ਅੰਦਰ ਭਾਵਨਾ ਤੋਂ ਇਹ ਪੱਕਾ ਕਰੋ ਕਿ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਰਨਾ ਹੀ ਕਰਨਾ ਹੈ, ਅਤੇ ਜਿੰਨਾ ਹੋ ਸਕੇ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰੋ। ਕੁਛ ਵੀ ਤੁਹਾਡੇ ਦਿਮਾਗ ਵਿੱਚ ਨਕਾਰਾਤਮਕ ਨਾ ਆਏ, ਇਸ ਲਈ ਤੁਸੀਂ ਸਿਮਰਨ ਕਰ ਸਕਦੇ ਹੋ, ਪਾਠ ਕਰ ਸਕਦੇ ਹੋ, ਤਾਂ ਕਿ ਜੋ ਤੁਹਾਡਾ ਦਿਮਾਗ ਹੈ ਉਹ ਹਰ ਵੇਲੇ ਪੋਜ਼ਿਟਿਵ ਪਾਸੇ ਰਹੇ। ਆਪਣੀ ਜ਼ਿੰਦਗੀ ਦੀ ਦੂਜਿਆਂ ਨਾਲ ਤੁਲਨਾ ਕਰਨਾ ਬੰਦ ਕਰੋ ਅਤੇ ਸਾਰੀ ਤਾਕਤ ਨਾਲ ਆਪਣੀ ਜ਼ਿੰਦਗੀ ਦੀ ਯੋਜਨਾ ਬਣਾਉਣ ਤੇ ਧਿਆਨ ਕੇਂਦਰਿਤ ਕਰੋ। ਆਪਣੀ ਜ਼ਿੰਦਗੀ ਦੀ ਦੂਜਿਆਂ ਨਾਲ ਤੁਲਨਾ ਐਵੇਂ ਕਰਨਾ ਬੰਦ ਕਰੋ ਕਿ ਉਸਦੇ ਕੋਲ ਉਹ ਚੀਜ਼ ਹੈ ਤਾਂ ਮੇਰੇ ਕੋਲ ਕਿਉਂ ਨਹੀਂ। ਤੁਹਾਡੇ ਕੋਲ ਜੋ ਹੈ ਉਸ ਵਿੱਚ ਹੀ ਖੁਸ਼ ਰਹੋ। ਰੱਬ ਹਰ ਇੱਕ ਨੂੰ ਖੁਸ਼ੀਆਂ ਦਿੰਦਾ ਹੈ ਅਤੇ ਉਸਨੇ ਤੁਹਾਨੂੰ ਇਤਨਾ ਦਿੱਤਾ, ਤੁਹਾਨੂੰ ਇਸ ਲਈ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ। ਅਤੇ ਆਪਣੀ ਜ਼ਿੰਦਗੀ ਦੀ ਯੋਜਨਾ ਬਣਾਓ ਅਤੇ ਪੂਰੀ ਤਾਕਤ ਲਗਾ ਦਿਓ ਆਪਣੇ ਉਸ ਗੋਲ ਨੂੰ, ਉਸ ਏਮ ਨੂੰ ਪੂਰਾ ਕਰਨ ਲਈ। ਇੰਪੋਰਟੈਂਸ ਆਫ ਸੈਲਫ ਕੌਨਫੀਡੈਂਸ, ਜਿਵੇਂ ਕਿ ਇੱਕ ਕੋਟ ਹੈ, ਇਫ ਯੂ ਬਿਲੀਵ ਇਨ yourself anything is possible। ਅਗਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋਗੇ ਤਾਂ ਤੁਹਾਡੇ ਜ਼ਿੰਦਗੀ ਵਿੱਚ ਕੁਝ ਵੀ ਨਾਮੁਮਕਿਨ ਨਾਮ ਦਾ ਸ਼ਬਦ ਹੀ ਨਹੀਂ ਰਹੇਗਾ। ਤੁਸੀਂ ਆਪਣੇ ਅੰਦਰ ਇਹ ਸਵੈ ਵਿਸ਼ਵਾਸ ਪੈਦਾ ਕਰ ਲਓ ਕਿ ਹਾਂ ਮੈਂ ਕੁਝ ਵੀ ਕਰ ਸਕਦਾ ਹਾਂ, ਤਾਂ ਤੁਸੀਂ ਜੋ ਕਰਨਾ ਚਾਹੋਗੇ ਰੱਬ ਤੁਹਾਡੇ ਨਾਲ ਹੋ ਕੇ ਤੁਹਾਡਾ ਉਹ ਕੰਮ ਕਰਵਾਉਂਦਾ ਹੈ। People with good self-confidence feel happier, get motivated, are more productive and more grateful.
This is all because they are comfortable with themselves and have clear future goals. When you have good self-confidence, you will also have the better mental strength and build a better relationships. All these conditions are required to build good personality development. ਚੰਗੇ ਆਤਮ ਵਿਸ਼ਵਾਸ ਵਾਲੇ ਲੋਕ ਵਧੇਰੇ ਖੁਸ਼ ਮਹਿਸੂਸ ਕਰਦੇ ਹਨ, ਪ੍ਰੇਰਿਤ ਹੁੰਦੇ ਹਨ, ਵਧੇਰੇ ਲਾਭਕਾਰੀ ਹੁੰਦੇ ਹਨ ਅਤੇ ਵਧੇਰੇ ਸ਼ੁਕਰਗੁਜ਼ਾਰ ਹੁੰਦੇ ਹਨ। ਜਿਨ੍ਹਾਂ ਦੇ ਵਿੱਚ ਸੈਲਫ ਕੌਨਫੀਡੈਂਸ ਵਧੀਆ ਹੁੰਦਾ ਹੈ, ਉਹ ਹਮੇਸ਼ਾ ਖੁਸ਼ ਰਹਿਣਗੇ, ਉਹ ਕਦੀ ਉਦਾਸ ਨਹੀਂ ਹੋਣਗੇ। ਉਹਨਾਂ 'ਚ ਹਮੇਸ਼ਾ ਇੱਕ ਮੋਟੀਵੇਸ਼ਨ ਰਹਿੰਦੀ ਹੈ ਕਿ ਹਾਂ ਮੈਂ ਤਾਂ ਕੁਝ ਵੀ ਕਰ ਸਕਦਾ ਹਾਂ। ਉਹ ਕਦੀ ਡੀਮੋਟੀਵੇਟਡ ਨਹੀਂ ਹੁੰਦੇ ਔਰ ਉਹ ਆਪਣੇ ਨਾਲ, ਆਪਣੇ ਗਰੁੱਪ 'ਚ, ਆਪਣੇ ਦੋਸਤਾਂ ਨੂੰ, ਆਪਣੇ ਘਰਦਿਆਂ ਨੂੰ, ਸਭ ਨੂੰ ਮੋਟੀਵੇਟ ਕਰਦੇ ਹਨ। ਇਹ ਨਹੀਂ ਕਿ ਉਹ ਆਪਣੀ ਉਸ ਚੰਗੀ ਆਦਤ ਨੂੰ ਸਿਰਫ ਆਪਣੇ ਤੱਕ ਸੀਮਿਤ ਰੱਖਦੇ ਹਨ। ਉਹ ਬਹੁਤ ਜ਼ਿਆਦਾ ਹੀ ਪ੍ਰੋਡਕਟਿਵ ਹੁੰਦੇ ਹਨ, ਲਾਭਕਾਰੀ ਹੁੰਦੇ ਹਨ ਅਤੇ ਵਧੇਰੇ ਸ਼ੁਕਰਗੁਜ਼ਾਰ ਹੁੰਦੇ ਹਨ ਕਿ ਜੋ ਉਹਨਾਂ ਕੋਲ ਹੈ, ਜਿੰਨਾ ਰੱਬ ਨੇ ਉਹਨਾਂ ਨੂੰ ਦਿੱਤਾ, ਉਸ ਦਾ ਧੰਨਵਾਦ ਰੱਬ ਨੂੰ ਕਰਦੇ ਰਹਿੰਦੇ ਹਨ। ਇਹ ਸਭ ਇਸ ਲਈ ਹੈ ਕਿਉਂਕਿ ਉਹ ਆਪਣੇ ਨਾਲ ਆਰਾਮਦੇਹ ਹਨ ਅਤੇ ਭਵਿੱਖ ਦੇ ਸਪਸ਼ਟ ਟੀਚੇ ਰੱਖਦੇ ਹਨ। ਇਸ ਦਾ ਅਰਥ ਹੈ ਕਿ ਉਹ ਆਪਣੇ ਨਾਲ ਆਰਾਮਦੇਹ ਹਨ, ਮਤਲਬ ਉਹ ਸੈਲਫ ਲਵ ਕਰਦੇ ਹਨ, ਮਤਲਬ ਉਹਨਾਂ 'ਚ ਇੰਨਾ ਸੈਲਫ ਕੌਨਫੀਡੈਂਸ ਹੈਗਾ ਹੈ ਕਿ ਉਹ ਮਤਲਬ ਲੇਜ਼ੀ ਨਹੀਂ ਹਨ। ਉਹਨਾਂ ਨੇ ਜੋ ਕੰਮ ਕਰਨਾ ਹੈ, ਉਹਨਾਂ ਦਾ ਉਹ ਪੱਕਾ ਟਾਈਮ ਬਣਿਆ ਹੋਇਆ ਹੈ ਕਿ ਉਸ ਟਾਈਮ ਤੇ ਉਹਨਾਂ ਨੇ ਉਹ ਕੰਮ ਕਰਨਾ ਹੀ ਹੈ। ਉਹ ਆਪਣੇ ਕੰਮ ਨੂੰ ਟਾਲਦੇ ਨਹੀਂ ਹਨ ਅਤੇ ਉਸਨੂੰ ਪੂਰਾ ਕਰਦੇ ਹਨ ਤੇ ਆਪਣੇ ਕੰਮ ਲਈ ਉਹ ਬਹੁਤ ਹੀ ਪੱਕੇ ਦਿਲ ਦੇ ਹੁੰਦੇ ਹਨ। ਜਦੋਂ ਤੁਹਾਡੇ ਕੋਲ ਚੰਗਾ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਤੁਹਾਡੇ ਕੋਲ ਬਿਹਤਰ ਮਾਨਸਿਕ ਤਾਕਤ ਵੀ ਹੁੰਦੀ ਹੈ ਅਤੇ ਬਿਹਤਰ ਰਿਸ਼ਤੇ ਵੀ ਬਣਦੇ ਹਨ। ਚੰਗੀ ਆਪ ਜੀ ਦੀ ਆਵਾਜ਼ ਬਿਲਕੁਲ ਸਲੋ ਆ ਰਹੀ ਹੈ ਜੀ। ਹੁਣ ਆ ਰਹੀ ਹੈ ਜੀ? हाँ जी, भी स्लो आ रही है जी। ਹੁਣ ਕਲੀਅਰ ਹੈ? आवाज तो क्लियर हैगी है जी, बट स्लो है काफी, मैंने सुनाई नहीं दे रही। ਹੁਣ ਆਵਾਜ਼ ਪੂਰੀ ਹੈ ਜੀ? हाँ जी, हुन ठीक है जी। हाँ जी। ਹਾਂਜੀ। ਜਦੋਂ ਤੁਹਾਡੇ ਕੋਲ ਚੰਗਾ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਤੁਹਾਡੇ ਕੋਲ ਬਿਹਤਰ ਮਾਨਸਿਕ ਤਾਕਤ ਵੀ ਹੁੰਦੀ ਹੈ ਤੇ ਬਿਹਤਰ ਰਿਸ਼ਤੇ ਬਣਦੇ ਹਨ। ਚੰਗੇ ਆਤਮ ਵਿਸ਼ਵਾਸ ਵਾਲੇ ਲੋਕ ਜਿਨ੍ਹਾਂ ਦੇ ਅੰਦਰ ਮਤਲਬ ਉਹਨਾਂ ਦਾ ਮਾਈਂਡਸੈਟ ਬਹੁਤ ਹੀ ਪ੍ਰੋਪਰ ਰਹਿੰਦਾ ਹੈ, ਉਹਨਾਂ ਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਰਹਿੰਦੀ, ਉਹ ਕਿਉਂਕਿ ਆਪਣੀ ਜ਼ਿੰਦਗੀ ਦੇ ਏਮ ਬਾਰੇ, ਗੋਲ ਬਾਰੇ ਬਹੁਤ ਕਲੀਅਰ ਹੁੰਦੇ ਹਨ, ਇਸ ਲਈ ਉਹਨਾਂ ਨੂੰ ਹੋਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈ। ਇਸੇ ਲਈ ਉਹ ਰਿਸ਼ਤਿਆਂ ਦੇ ਵਿੱਚ ਬਹੁਤ ਬਿਹਤਰ ਹੁੰਦੇ ਹਨ, ਆਪਣੇ ਰਿਸ਼ਤਿਆਂ ਨੂੰ ਉਹ ਬਹੁਤ ਹੀ ਮਹੱਤਤਾ ਦਿੰਦੇ ਹਨ। ਚੰਗੀ ਸ਼ਖਸੀਅਤ ਦੇ ਵਿਕਾਸ ਲਈ ਇਹ ਸਾਰੀਆਂ ਸ਼ਰਤਾਂ ਜ਼ਰੂਰੀ ਹਨ। ਅਗਰ ਤੁਸੀਂ ਇੱਕ ਵਧੀਆ ਇਨਸਾਨ ਜਾਂ ਇੱਕ ਜਿਸਨੂੰ ਕਹਿ ਸਕਦੇ ਹਾਂ ਅੱਛੀ ਪਰਸਨੈਲਿਟੀ ਆਪਣੇ ਅੰਦਰ ਲਿਆਉਣਾ ਚਾਹੁੰਦੇ ਹੋ ਤਾਂ ਉਸ ਚੀਜ਼ ਲਈ ਇਹ ਸਾਰੀਆਂ ਸ਼ਰਤਾਂ ਬਹੁਤ ਜ਼ਰੂਰੀ ਹਨ ਤਾਂ ਕਿ ਤੁਸੀਂ ਆਪਣੇ ਆਪ ਨੂੰ ਪ੍ਰੇਰਿਤ ਕਰ ਸਕੋ। How does self confidence? रमनीत कौर जी, प्लीज अपना वॉइस इशू थोड़ा ठीक कर लो जी। ਹੁਣ क्लियर है जी? वॉइस क्लियर आ रही है जी, बट काफी स्लो है गया थोड़ा, या फिर लाउड बोल के देख लो जी। How does self confidence relates to character development? ਹੁਣ पूरी है जी आवाज? हाँ जी, बस थोड़ा लाउड रखियो जी। हाँ जी। Self confidence affects your action in many ways. Those who lack self confidence struggle in many aspects of life, from the workplace, social life to personal relationship. Lacking confidence also affects character development. It prevents you from becoming a better person and instead forces you to become a negative person who lacks motivation and energy. ਆਤਮ ਵਿਸ਼ਵਾਸ ਤੁਹਾਡੇ ਕੰਮਾਂ ਨੂੰ ਕਈ ਤਰੱਕੀਆਂ ਨਾਲ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਦੇ ਵਿੱਚ ਸੈਲਫ ਕੌਨਫੀਡੈਂਸ ਦੀ ਘਾਟ ਹੁੰਦੀ ਹੈ, ਉਹ ਕੰਮ ਵਾਲੀ ਥਾਂ, ਸਮਾਜਿਕ ਜੀਵਨ, ਆਪਣੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਹੀ ਸਟਰਗਲ ਕਰਦੇ ਹਨ, ਸੰਘਰਸ਼ ਕਰਦੇ ਹਨ। ਆਤਮ ਵਿਸ਼ਵਾਸ ਦੀ ਕਮੀ ਚਰਿੱਤਰ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਜਿਹੜਾ ਤੁਹਾਡਾ ਆਤਮ ਵਿਸ਼ਵਾਸ ਹੈ, ਸੈਲਫ ਕੌਨਫੀਡੈਂਸ ਹੈ, ਉਹ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਵੀ ਕਾਊਂਟ ਹੁੰਦਾ ਹੈ ਕਿ ਇਸ ਆਦਮੀ ਤੁਹਾਨੂੰ ਤੁਹਾਡੇ ਕੌਨਫੀਡੈਂਸ ਤੋਂ ਪਛਾਣਿਆ ਜਾਏਗਾ। ਅਗਰ ਤੁਸੀਂ ਕਿਸੇ ਵੀ ਮੰਚ ਤੇ ਜਾਂਦੇ ਹੋ, ਕੁਝ ਵੀ ਕਰੋਗੇ, ਅਗਰ ਤੁਹਾਡੇ ਅੰਦਰ ਕੌਨਫੀਡੈਂਸ ਹੀ ਨਹੀਂ ਹੈ ਤਾਂ ਸਾਹਮਣੇ ਵਾਲਾ ਤਾਂ ਇਹੀ ਕਹੇਗਾ ਕਿ ਜਿਸ ਇਸ ਇਨਸਾਨ ਅੰਦਰ ਕੌਨਫੀਡੈਂਸ ਨਹੀਂ ਹੈ ਤਾਂ ਇਹ ਕੰਮ ਕਿਵੇਂ ਕਰੇਗਾ। ਇਸ ਲਈ ਤੁਹਾਡੇ ਅੰਦਰ ਅੱਛਾ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਇੱਕ ਬਿਹਤਰ ਵਿਅਕਤੀ ਬਣਨ ਤੋਂ ਰੋਕਦਾ ਹੈ ਅਤੇ ਇਸ ਦੀ ਬਜਾਏ ਤੁਹਾਨੂੰ ਇੱਕ ਨਕਾਰਾਤਮਕ ਵਿਅਕਤੀ ਬਣਾਉਣ ਲਈ ਮਜਬੂਰ ਕਰਦਾ ਹੈ, ਜਿਸ ਦੀ ਪ੍ਰੇਰਣਾ ਅਤੇ ਊਰਜਾ ਦੀ ਜਿਸ ਵਿੱਚ ਪ੍ਰੇਰਣਾ ਅਤੇ ਊਰਜਾ ਦੀ ਘਾਟ ਹੈ। ਅਗਰ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਨਹੀਂ ਹੈ ਤਾਂ ਇਹ ਤੁਹਾਡੇ ਕਰੈਕਟਰ ਡਿਵੈਲਪਮੈਂਟ ਲਈ ਬਹੁਤ ਮਾੜੀ ਗੱਲ ਹੈ, ਕਿਉਂਕਿ ਇਹ ਤੁਹਾਨੂੰ ਇੱਕ ਚੰਗਾ ਇਨਸਾਨ ਬਣਨ ਤੋਂ ਰੋਕਦਾ ਹੈ ਅਤੇ ਇਸ ਨਾਲ ਤੁਹਾਡੀ ਜਿਹੜੀ ਥਿੰਕਿੰਗ ਹੈ, ਸੋਚ ਹੈ, ਇਹ ਨੈਗੇਟਿਵ ਚਲੀ ਜਾਂਦੀ ਹੈ। ਕਿਉਂਕਿ ਜਿਸ ਦੇ ਅੰਦਰ ਕੌਨਫੀਡੈਂਸ ਨਹੀਂ ਹੋਏਗਾ, ਉਹ ਕੁਝ ਵੀ ਸੋਚ ਕੇ ਨਹੀਂ ਕਰ ਸਕੇਗਾ, ਉਸਦੀ ਮਾਨਸਿਕ ਸਥਿਤੀ ਸੈੱਟ ਨਹੀਂ ਹੋਏਗੀ ਤਾਂ ਉਸਨੂੰ ਇੱਕੋ ਨਕਾਰਾਤਮਕ ਵਿਅਕਤੀ ਬਣਾਏਗੀ, ਜੋ ਕਿ ਹਰ ਗੱਲ 'ਚ ਨੈਗੇਟਿਵ ਪੁਆਇੰਟ ਲੱਭੇਗਾ ਹੀ ਲੱਭੇਗਾ। ਅਤੇ ਇਸ ਇਨਸਾਨ ਦੇ ਵਿੱਚ ਮੋਟੀਵੇਸ਼ਨ ਔਰ એનર્ਜੀ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ, ਕਿਉਂਕਿ ਉਹ ਮੋਟੀਵੇਟਿਡ ਨਹੀਂ ਹੁੰਦਾ, ਉਹ ਇਤਨਾ ਡੀਮੋਟੀਵੇਟ ਹੋ ਚੁੱਕਾ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਵੀ ਡੀਮੋਟੀਵੇਟ ਕਰੇਗਾ। ਅਤੇ એનર્ਜੀ ਉਹ ਇਤਨਾ ਆਲਸੀ ਇਨਸਾਨ ਬਣ ਜਾਏਗਾ ਕਿ ਉਹ ਆਪਣਾ ਕੰਮ ਕਰਨ ਲਈ ਵੀ ਦੂਜਿਆਂ ਦੀ ਸਹਾਇਤਾ ਲਏਗਾ। What type of skill is self-confidence? Self-confidence is a personal development skill. Good self-confidence means you believe in your abilities, decisions, and actions. This is a basic skill you need to reach your goals and have a successful life. Many people fail to believe in themselves, and that makes it difficult to reach the life goal. ਸਵੈ ਵਿਸ਼ਵਾਸ ਇੱਕ ਵਿਅਕਤੀਗਤ ਵਿਕਾਸ ਹੁਨਰ ਹੈ। ਚੰਗੇ ਆਤਮ ਵਿਸ਼ਵਾਸ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਕਾਬਲੀਅਤਾਂ, ਫੈਸਲਿਆਂ ਅਤੇ ਕੰਮਾਂ ਵਿੱਚ ਵਿਸ਼ਵਾਸ ਕਰਦੇ ਹੋ। ਇਹ ਤੁਹਾਡਾ ਇੱਕ ਬਹੁਤ ਵਧੀਆ ਗੁਣ ਹੈ। ਅਗਰ ਤੁਸੀਂ ਸੈਲਫ ਕੌਨਫੀਡੈਂਟ ਹੋ, ਤੁਹਾਡੇ ਅੰਦਰ ਕੌਨਫੀਡੈਂਸ ਹੈ, ਤੁਹਾਨੂੰ ਕਿਸੇ ਵੀ ਕੰਮ ਵਿੱਚ ਡਰ ਨਹੀਂ ਲੱਗਦਾ। ਤੁਸੀਂ ਆਪਣੀ ਕਾਬਲੀਅਤ ਤੇ, ਆਪਣੇ ਫੈਸਲੇ ਤੇ ਅਤੇ ਆਪਣੇ ਕੰਮ ਤੇ ਵਿਸ਼ਵਾਸ ਰੱਖਦੇ ਹੋ ਕਿ ਜੋ ਤੁਸੀਂ ਕਰ ਰਹੇ ਹੋ ਸਹੀ ਹੈ। ਤੁਹਾਨੂੰ ਬਿਲਕੁਲ ਵੀ ਡਰਦੇ ਨਹੀਂ ਹੋ ਕਿ ਜੋ ਮੈਂ ਫੈਸਲਾ ਲਿਆ ਹੈ, ਜੋ ਮੈਂ ਕੀਤਾ ਉਹ ਗਲਤ ਹੈ। ਇਹ ਇੱਕ ਬੁਨਿਆਦੀ ਹੁਨਰ ਹੈ ਜਿਸ ਦੀ ਤੁਹਾਨੂੰ ਆਪਣੀ ਟੀਚਿਆਂ ਤੱਕ ਪਹੁੰਚਣ ਅਤੇ ਇੱਕ ਸਫਲ ਜੀਵਨ ਲਈ ਲੋੜ ਹੁੰਦੀ ਹੈ। ਇਹ ਇੱਕ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਨੀਂਹ ਹੈ, ਜਿਵੇਂ ਘਰ ਦੀ ਨੀਂਹ ਰਖਾਈ ਜਾਂਦੀ ਹੈ, ਉਵੇਂ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨੀਂਹ ਦਾ ਕੰਮ ਕਰਦਾ ਹੈ ਸੈਲਫ ਕੌਨਫੀਡੈਂਸ, ਜਿਸ ਨੂੰ ਅਗਰ ਤੁਸੀਂ ਆਪਣੇ ਗੋਲ ਤੱਕ ਪਹੁੰਚਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਏਮ ਹੈ ਤਾਂ ਇਹ ਉਸ ਲਈ ਬਹੁਤ ਜ਼ਰੂਰੀ ਹੈ। ਇੱਕ ਸਫਲ ਜੀਵਨ ਲਈ ਵੀ ਸੈਲਫ ਕੌਨਫੀਡੈਂਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਬਹੁਤ ਸਾਰੇ ਲੋਕ ਆਪਣੇ ਆਪ ਵਿੱਚ ਵਿਸ਼ਵਾਸ ਕਰਨ ਵਿੱਚ ਅਸਫਲ ਰਹਿੰਦੇ ਹਨ ਅਤੇ ਇਹ ਮੁਸ਼ਕਿਲ ਬਣਾਉਂਦਾ ਹੈ ਜੀਵਨ ਦੇ ਟੀਚੇ ਤੱਕ ਪਹੁੰਚਣ ਲਈ। ਜਿਹੜੇ ਲੋਕ ਆਪਣੇ ਆਪ ਵਿੱਚ ਸੈਲਫ ਕੌਨਫੀਡੈਂਸ ਦੀ ਕਮੀ ਰੱਖਦੇ ਹਨ, ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਰੱਖਦੇ, ਦੂਜਿਆਂ ਦੀ ਗੱਲ ਮੰਨ ਲੈਂਦੇ ਹਨ ਕਿ ਉਹ ਕੰਮ ਨਹੀਂ ਕਰ ਸਕਦੇ, ਉਹ ਆਪਣੇ ਏਮ ਤੋਂ ਸਾਈਡ ਤੇ ਹੋ ਜਾਂਦੇ ਹਨ। ਉਹਨਾਂ ਦਾ ਮਾਈਂਡ ਸੈਟ ਜੋ ਹੈ ਆਪਣੇ ਏਮ ਤੋਂ ਹਿਲ ਜਾਂਦਾ ਹੈ ਅਤੇ ਫਿਰ ਉਹ ਆਪਣੇ ਏਮ ਤੱਕ ਨਹੀਂ ਪਹੁੰਚ ਪਾਉਂਦੇ। ਇਸ ਲਈ ਆਪਣੇ ਆਪ ਵਿੱਚ ਤੁਸੀਂ ਸੈਲਫ ਕੌਨਫੀਡੈਂਸ ਡਿਵੈਲਪ ਕਰੋ ਅਤੇ ਆਪ ਨੂੰ ਆਤਮ ਨਿਰਭਰ ਬਣਾਓ। What are self-confidence examples? ਸਵੈ ਵਿਸ਼ਵਾਸ ਦੀਆਂ ਅਣਗਿਣਤ ਉਦਾਹਰਨਾਂ ਹਨ ਜੋ ਤੁਸੀਂ ਮਸ਼ਹੂਰ ਲੋਕਾਂ ਤੋਂ ਸਿੱਖ ਸਕਦੇ ਹੋ। ਇੱਕ ਮਹਾਨ ਉਦਾਹਰਨ ਹੈ ਸਟੀਵ ਜੌਬਸ ਦੀ ਕਹਾਣੀ ਦੀ। ਅਸੀਂ ਸਾਰੇ ਜਾਣਦੇ ਹਾਂ ਕਿ ਉਸਨੂੰ ਆਪਣੀ ਹੀ ਕੰਪਨੀ ਵਿੱਚੋਂ ਕੱਢਿਆ ਗਿਆ ਸੀ। ਮਤਲਬ ਸਟੀਵ ਜੌਬ ਜੋ ਸੀ, ਉਸਨੂੰ ਆਪਣੀ ਹੀ ਕੰਪਨੀ ਵਿੱਚੋਂ ਕੱਢ ਦਿੱਤਾ ਗਿਆ ਸੀ। ਤੇ ਹਾਲਾਂਕਿ ਇਸ ਮਾਮਲੇ ਵਿੱਚ ਜ਼ਿਆਦਾ ਸੋਚਣ ਦੀ ਬਜਾਏ ਉਸਨੇ ਸਫਲ ਪ੍ਰੋਡਕਸ਼ਨ ਹਾਊਸਾਂ ਵਿੱਚੋਂ ਇੱਕ ਪਿਕਸਰ ਦੀ ਸਥਾਪਨਾ ਕੀਤੀ। ਉਸਨੇ ਜ਼ਿਆਦਾ ਸੋਚਿਆ ਨਹੀਂ ਕਿ ਮੈਨੂੰ ਮੇਰੀ ਕੰਪਨੀ ਵਿੱਚੋਂ ਕੱਢ ਦਿੱਤਾ ਗਿਆ, ਬਲਕਿ ਉਸਨੇ ਸਫਲ ਪ੍ਰੋਡਕਸ਼ਨ ਹਾਊਸ ਚੋਂ ਇੱਕ ਪਿਕਸਰ ਲੈ ਕੇ ਦੁਬਾਰਾ ਆਪਣਾ ਬਿਜ਼ਨਸ ਸ਼ੁਰੂ ਕੀਤਾ। ਇਹ ਸਭ ਇਸ ਲਈ ਹੈ ਕਿਉਂਕਿ ਉਹ ਅਸਫਲਤਾ ਤੋਂ ਬਾਅਦ ਵੀ ਇੱਕ ਵਾਰ ਫਿਰ ਖੜੇ ਹੋਣ ਲਈ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਰੱਖਦਾ ਸੀ ਅਤੇ ਉਹ ਇੱਕ ਹੋਰ ਕੰਪਨੀ ਬਣਾਉਣ ਦੇ ਯੋਗ ਵੀ ਸੀ ਜੋ ਪਹਿਲਾਂ ਵਾਲੀ ਕੰਪਨੀ ਵਾਂਗ ਸਫਲ ਹੈ। ਉਹ ਇੱਕ ਪਿਕਸਰ ਲੈ ਕੇ ਆਪਣਾ ਕੰਮ ਦੁਬਾਰਾ ਇਸ ਲਈ ਸ਼ੁਰੂ ਕਰ ਸਕਿਆ ਕਿਉਂਕਿ ਉਹ ਸੈਲਫ ਕੌਨਫੀਡੈਂਸ ਉਸ ਸੈਲਫ ਐਸਟੀਮ ਸੀ, ਉਸਨੂੰ ਖੁਦ ਤੇ ਇਤਨਾ ਭਰੋਸਾ ਸੀ ਕਿ ਉਹ ਚੀਜ਼ ਫਿਰ ਤੋਂ ਕਰ ਸਕਦਾ ਹੈ। ਉਸਨੇ ਬਿਲਕੁਲ ਵੀ ਟੈਨਸ਼ਨ ਨਹੀਂ ਲਈ ਅਤੇ ਫਿਰ ਤੋਂ ਕੰਮ ਸ਼ੁਰੂ ਕੀਤਾ ਅਤੇ ਉਸਨੇ ਜਿਹੜਾ ਦੂਜੀ ਵਾਰੀ ਆਪਣਾ ਕੰਮ ਸ਼ੁਰੂ ਕੀਤਾ ਸੀ ਉਹ ਵੀ ਉਹਦੀ ਪਹਿਲੀ ਕੰਪਨੀ ਵਾਂਗ ਉਨਾ ਹੀ ਸਫਲ ਗਿਆ, ਬਲਕਿ ਉਸ ਤੋਂ ਜ਼ਿਆਦਾ ਸਫਲ ਗਿਆ। ਇਹ ਸਭ ਇਸ ਲਈ ਕਿਉਂਕਿ ਉਸਨੇ ਆਪਣੇ ਆਪ ਵਿੱਚ ਵਿਸ਼ਵਾਸ ਰੱਖਿਆ ਸੀ। What are the factors that affect self-confidence? ਆਤਮ ਵਿਸ਼ਵਾਸ
ਰਾਤੋਂ ਰਾਤ ਬਣਾਉਣ ਵਾਲੀ ਚੀਜ਼ ਨਹੀਂ ਹੈ। ਮਤਲਬ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅਸੀਂ ਇੱਕ ਰਾਤ ਚ ਕੁਝ ਮਹੀਨਿਆਂ ਚ ਵੀ ਨਹੀਂ ਬਣਾ ਸਕਦੇ ਸੈਲਫ ਕੌਨਫੀਡੈਂਸ। It is a lifetime process with a lot of influence factors. Society plays a huge contribution to one's self confidence. The way you dress, speak, behave, and even way of thinking are greatly influenced by the society around you. Besides society, the childhood movements also contributes to one's self confidence. ਸਮਾਜ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੁਹਾਡਾ ਸੈਲਫ ਕੌਨਫੀਡੈਂਸ ਬਣਾਉਣ ਵਿੱਚ। ਜੀਵਨ ਭਰ ਦੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਤੁਹਾਡੀ, ਉਹ ਤੁਹਾਡੇ ਉੱਤੇ ਬਹੁਤ ਪ੍ਰਭਾਵ ਪਾਉਂਦੀ ਹੈ ਕਿ ਤੁਹਾਡਾ ਸੈਲਫ ਕੌਨਫੀਡੈਂਸ ਤੁਹਾਡੀ ਜੀਵਨ ਦੀ ਪ੍ਰਕਿਰਿਆ ਨਾਲ ਹੀ ਵੱਧਦਾ ਹੈ। ਤੁਹਾਡੇ ਪਹਿਰਾਵੇ, ਬੋਲਣ ਦੇ ਵਿਹਾਰ ਤੋਂ ਅਤੇ ਇੱਥੋਂ ਤੱਕ ਕਿ ਸੋਚਣ ਦਾ ਤਰੀਕਾ ਤੁਹਾਡੇ ਆਲੇ ਦੁਆਲੇ ਦੇ ਸਮਾਜ ਦੁਆਰਾ ਪ੍ਰਭਾਵਿਤ ਹੁੰਦਾ ਹੈ। ਤੁਸੀਂ ਜਿਵੇਂ ਦੀ ਸੁਸਾਇਟੀ ਵਿੱਚ ਰਹਿੰਦੇ ਹੋ, ਜਿਵੇਂ ਦਾ ਤੁਹਾਡਾ ਲਾਣਾ ਪਾਣਾ ਹੈ, ਜਿਵੇਂ ਦੇ ਤੁਹਾਡੇ ਆਸ-ਪਾਸ ਦੇ ਲੋਕ ਹਨ ਜੋ ਉਹ ਸੋਚਦੇ ਹਨ, ਤੁਹਾਡੀ ਮੈਂਟੈਲਿਟੀ ਵੀ ਉਹਨਾਂ ਨਾਲ ਮਿਲੇਗੀ। ਤਾਂ ਵੇ ਯੂ ਡਰੈਸ, ਸਪੀਕ ਐਂਡ ਬਿਹੇਵ, ਇਹ ਸਾਰੀਆਂ ਚੀਜ਼ਾਂ ਤੁਹਾਡੇ ਆਸ-ਪਾਸ ਦੇ ਲੋਕਾਂ ਤੋਂ, ਆਸ-ਪਾਸ ਦੀ ਸੁਸਾਇਟੀ ਤੋਂ ਪ੍ਰਭਾਵਿਤ ਹੁੰਦੀ ਹੈ। ਤੁਸੀਂ ਉਸੇ ਤਰ੍ਹਾਂ ਡਰੈਸ ਕਰੋਗੇ ਜਿਸ ਤਰ੍ਹਾਂ ਦੀ ਸੁਸਾਇਟੀ ਵਿੱਚ ਤੁਸੀਂ ਰਹਿੰਦੇ ਹੋ। ਤੁਸੀਂ ਉਹੀ ਕੁਝ ਬੋਲੋਗੇ ਜਿਹੜੇ ਤੁਹਾਡੇ ਆਸ-ਪਾਸ ਦੇ ਲੋਕ ਬੋਲਦੇ ਹਨ। ਜੇ ਤੁਹਾਡੀ ਜਿਵੇਂ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਬੱਚਿਆਂ ਦੇ ਦੋਸਤ ਹੁੰਦੇ ਹਨ, ਕੁਝ ਚੰਗੇ ਹੁੰਦੇ ਹਨ, ਕੁਝ ਮਾੜੇ ਹੁੰਦੇ ਹਨ। ਜੇ ਤੁਸੀਂ ਆਪਣੀ ਮਾੜੀ ਸੰਗਤ ਵਿੱਚ ਜਾਓਗੇ, ਉਹ ਤੁਹਾਨੂੰ ਗਾਲਾਂ ਕੱਢਣੀਆਂ ਸਿਖਾਉਣਗੇ, ਮਾੜੇ ਕੰਮ ਸਿਖਾਉਣਗੇ, ਚੋਰੀ ਕਰਨੀਆਂ ਸਿਖਾਉਣਗੇ, ਤਾਂ ਤੁਸੀਂ ਉਸ ਚੀਜ਼ ਤੋਂ ਇਨਫਲੂਐਂਸ ਹੋਵੋਗੇ ਅਤੇ ਤੁਸੀਂ ਵੀ ਉਹੀ ਕੁਝ ਕਰੋਗੇ। ਪਰ ਅਗਰ ਤੁਸੀਂ ਚੰਗੀ ਸੰਗਤ ਵਿੱਚ ਜਾਂਦੇ ਹੋ ਤਾਂ ਉਹ ਤੁਹਾਨੂੰ ਬਹੁਤ ਕੁਝ ਐਸਾ ਦੱਸਣਗੇ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਤੁਸੀਂ ਚੰਗੀ ਸੁਸਾਇਟੀ ਵਿੱਚ ਹੀ ਜਾਓ, ਆਪਣੀ ਸੁਸਾਇਟੀ ਨੂੰ ਮਾੜਾ ਨਾ ਬਣਨ ਦਿਓ ਅਤੇ ਆਪਣੇ ਆਪ ਵਿੱਚ ਇੱਕ ਕੌਨਫੀਡੈਂਸ ਰੱਖੋ ਕਿ ਜਿਸ ਚੀਜ਼ ਨੂੰ ਤੁਸੀਂ ਚੁਣ ਰਹੇ ਹੋ, ਜਿਸ ਸੰਗਤ ਨੂੰ ਤੁਸੀਂ ਚੁਣ ਰਹੇ ਹੋ, ਪਹਿਲਾਂ ਚੈੱਕ ਕਰੋ ਕਿ ਕੀ ਮੈਂ ਸਹੀ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ, ਕੀ ਮੈਂ ਸਹੀ ਜਗ੍ਹਾ ਦੋਸਤੀ ਕੀਤੀ ਹੈ, ਕੀ ਉਹ ਮੇਰੀ ਦੋਸਤੀ ਦੇ ਲਾਇਕ ਹੈ ਅਤੇ ਕੀ ਉਹ ਮੈਨੂੰ ਕੁਝ ਮਾੜਾ ਤਾਂ ਨਹੀਂ ਸਿਖਾ ਦੇਗਾ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ਾਂ ਹਨ। ਨਹੀਂ ਤਾਂ ਅਗਰ ਤੁਸੀਂ ਮਾੜੀ ਸੰਗਤ ਵਿੱਚ ਚਲੇ ਜਾਓਗੇ, ਤੁਹਾਡਾ ਸੈਲਫ ਕੌਨਫੀਡੈਂਸ ਬਹੁਤ ਘੱਟ ਜਾਏਗਾ ਅਤੇ ਬਹੁਤ ਹੀ ਬੁਰਾ ਇਫੈਕਟ ਹੁੰਦਾ ਹੈ ਤੁਹਾਡੇ ਕਰੈਕਟਰ ਡਿਵੈਲਪਮੈਂਟ ਤੇ ਵੀ। Besides society, the childhood movement also contributes to one's self confidence. ਸਮਾਜ ਦੇ ਨਾਲ ਨਾਲ ਬਚਪਨ ਦਾ ਪਾਲ ਵਿਅਕਤੀ ਦੇ ਆਤਮ ਵਿਸ਼ਵਾਸ ਵਿੱਚ ਵੀ ਯੋਗਦਾਨ ਪਾਉਂਦਾ ਹੈ। ਸਿਰਫ ਸਮਾਜ ਹੀ ਨਹੀਂ, ਤੁਹਾਡੇ ਮਾਤਾ ਪਿਤਾ ਤੁਹਾਡਾ ਪਾਲਣ ਪੋਸ਼ਣ ਕਿਵੇਂ ਕਰਦੇ ਹਨ। ਵੈਸੇ ਤਾਂ ਜ਼ਿਆਦਾਤਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਧੀਆ ਸਿੱਖਾਂ ਦੇ ਕੇ ਹੀ ਵੱਡਾ ਕਰਦੇ ਹਨ, ਪਰ ਕਈ ਵਾਰੀ ਹੁੰਦਾ ਹੈ ਕਿਧਰੇ ਨਾ ਕਿਧਰੇ ਬੱਚੇ ਦੇ ਵਿੱਚ ਕੋਈ ਨਾ ਕੋਈ ਐਸਾ ਮਾੜਾ ਗੁਣ ਆ ਜਾਂਦਾ ਹੈ ਜਿਸ ਨਾਲ ਉਸਦਾ ਸੈਲਫ ਕੌਨਫੀਡੈਂਸ ਘਟ ਸਕਦਾ ਹੈ। ਤਾਂ ਤੁਹਾਡੇ ਬਚਪਨ ਵਿੱਚ ਤੁਹਾਡੇ ਲਈ ਕੀ ਪਲ ਰਹੇ ਹਨ, ਤੁਹਾਡਾ ਕਿਵੇਂ ਦਾ ਪਾਲ ਪੋਸ਼ਣ ਸੀ, ਉਹ ਵੀ ਬਹੁਤ ਮਹੱਤਵ ਰੱਖਦਾ ਹੈ। Why do we need self confidence? Self confidence is important to build your personal and career life. It convinces other people that you are capable of doing something. This is because people tend to trust others who radiate confidence within themselves. Also, having self-confidence makes you a positive person since you believe in yourself more. ਤੁਹਾਡੀ ਨਿੱਜੀ ਅਤੇ ਕੈਰੀਅਰ ਜ਼ਿੰਦਗੀ ਨੂੰ ਬਣਾਉਣ ਲਈ ਸਵੈ ਵਿਸ਼ਵਾਸ ਮਹੱਤਵਪੂਰਨ ਹੈ। ਜਿਵੇਂ ਕਿ ਮੈਂ ਦੱਸਿਆ, ਅਗਰ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, ਤੁਹਾਡੇ ਅੰਦਰ ਕੌਨਫੀਡੈਂਸ ਨਹੀਂ ਹੈ, ਤੁਹਾਨੂੰ ਕੋਈ ਸਵਾਲ ਪੁੱਛੇਗਾ, ਅਗਰ ਤੁਸੀਂ ਕੰਬਦੇ ਹੋ ਜਾਂ ਤੁਸੀਂ ਥਰਥਰਾਉਂਦੇ ਹੋ ਸ਼ਬਦਾਂ ਲਈ, ਤਾਂ ਉਸ ਤੋਂ ਸਾਹਮਣੇ ਵਾਲੇ ਨੂੰ ਇਹ ਪਤਾ ਚੱਲ ਜਾਏਗਾ ਕਿ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਦੀ ਕਮੀ ਹੈ। ਅਗਰ ਤੁਸੀਂ ਨੀਡਰ ਹੋ ਕੇ ਆਪਣਾ ਜਵਾਬ ਦਓਗੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋਗੇ, ਆਪਣੀ ਇੱਕ ਲੁੱਕ ਦਓਗੇ ਕਿ ਹਾਂ ਮੇਰੇ ਅੰਦਰ ਸੈਲਫ ਕੌਨਫੀਡੈਂਸ ਹੈ, ਤਾਂ ਇਹ ਸਾਹਮਣੇ ਵਾਲੇ ਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਕੁਝ ਕਰਨ ਦੇ ਯੋਗ ਹੋ। ਇਹ ਇਸ ਲਈ ਹੈ ਕਿਉਂਕਿ ਲੋਕ ਦੂਜਿਆਂ ਤੇ ਭਰੋਸਾ ਕਰਦੇ ਹਨ ਜੋ ਆਪਣੇ ਅੰਦਰ ਵਿਸ਼ਵਾਸ ਪੈਦਾ ਕਰਦੇ ਹਨ। ਅਗਰ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਨਹੀਂ ਹੋਏਗਾ, ਈਵਨ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਵੀ, ਤਾਂ ਲੋਕ ਦੂਜਿਆਂ ਉੱਤੇ ਜ਼ਿਆਦਾ ਭਰੋਸਾ ਕਰਨਗੇ ਕਿ ਹਾਂ ਇਸ ਦੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੈ ਪਰ ਉਸ ਦੇ ਵਿੱਚ ਹੈ, ਤਾਂ ਕੀ ਪਤਾ ਉਹ ਬੈਟਰ ਇਨਸਾਨ ਹੋਏ। ਤਾਂ ਇਸ ਲਈ ਆਪਣੇ ਆਪ ਵਿੱਚ ਸੈਲਫ ਕੌਨਫੀਡੈਂਸ ਬਹੁਤ ਹੀ ਜ਼ਿਆਦਾ ਜ਼ਰੂਰੀ ਰੋਲ ਪਲੇ ਕਰਦਾ ਹੈ। ਨਾਲ ਹੀ ਸਵੈ ਵਿਸ਼ਵਾਸ ਹੋਣਾ ਤੁਹਾਨੂੰ ਇੱਕ ਸਕਾਰਾਤਮਕ ਵਿਅਕਤੀ ਬਣਾਉਂਦਾ ਹੈ ਕਿ ਤੁਸੀਂ ਆਪਣੇ ਆਪ ਵਿੱਚ ਵਧੇਰਾ ਵਿਸ਼ਵਾਸ ਕਰਦੇ ਹੋ। ਇਹ ਤੁਹਾਨੂੰ ਇੱਕ ਪੋਜ਼ਿਟਿਵ ਪਰਸਨ ਵੀ ਬਣਾਏਗਾ ਕਿ ਤੁਹਾਡਾ ਆਪਣੇ ਵਿੱਚ ਵਿਸ਼ਵਾਸ ਰਹੇਗਾ। ਜਿਵੇਂ ਕਿ ਮੈਂ ਪਹਿਲਾਂ ਆਖਿਆ, ਤਾਂ ਤੁਸੀਂ ਆਪਣੇ ਆਪ ਉੱਤੇ ਜਿੰਨਾ ਵਿਸ਼ਵਾਸ ਰੱਖੋਗੇ ਉਨਾ ਹੀ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਰਹੇਗਾ ਕਿ ਹਾਂ ਇਹ ਕੁਝ ਕਰਨ ਦੇ ਯੋਗ ਹੈ।
7 ways to raise your self-esteem. Believe in yourself. It is not always easy to love yourself. ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਆਪਣੇ ਆਪ ਨੂੰ ਪਿਆਰ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਯਾਨੀ ਕਿ ਅਗਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋਗੇ, ਆਪਣੇ ਆਪ ਨੂੰ ਮਹੱਤਤਾ ਦਿਓਗੇ, ਤਾਂ ਤੁਹਾਡਾ ਸੈਲਫ ਐਸਟੀਮ ਜਾਂ ਸਵੈ ਮਾਣ ਆਪਣੇ ਆਪ ਹੀ ਵੱਧਦਾ ਹੈ। ਪਰ ਅਗਰ ਤੁਸੀਂ ਆਪਣੇ ਆਪ ਵਿੱਚ ਭਰੋਸਾ ਨਹੀਂ ਰੱਖੋਗੇ, ਆਪਣੇ ਆਪ ਉੱਤੇ ਇਤਨਾ ਮਾਣ ਨਹੀਂ ਰੱਖੋਗੇ, ਆਪਣੀ ਵੈਲਿਊ ਨਹੀਂ ਕਰੋਗੇ, ਤਾਂ ਤੁਹਾਡਾ ਸਵੈ ਮਾਣ ਬਹੁਤ ਘਟ ਸਕਦਾ ਹੈ। ਇਸ ਲਈ believe in yourself. Gather the courage. It is sometimes easier to be motivated by someone else than by yourself. ਹਿੰਮਤ ਇਕੱਠੀ ਕਰੋ। ਕਦੇ-ਕਦੇ ਆਪਣੇ ਆਪ ਨਾਲੋਂ ਕਿਸੇ ਹੋਰ ਦੁਆਰਾ ਪ੍ਰੇਰਿਤ ਹੋਣਾ ਸੌਖਾ ਹੁੰਦਾ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਤੋਂ ਪ੍ਰੇਰਿਤ ਨਹੀਂ ਹੋ ਸਕਦੇ, ਤੁਸੀਂ ਖੁਦ ਤੋਂ ਕੋਈ ਚੀਜ਼ ਨਹੀਂ ਸਮਝ ਸਕਦੇ, ਨਹੀਂ ਮੋਟੀਵੇਟ ਹੋ ਸਕਦੇ ਹੋ ਆਪਣੀ ਏਮ ਲਈ, ਤਾਂ ਇੱਕ ਹਿੰਮਤ ਲਿਆਓ ਆਪਣੇ ਅੰਦਰ। ਕੁਝ ਲੋਕ ਹੁੰਦੇ ਹਨ ਕਿ ਜਿਨ੍ਹਾਂ ਤੋਂ ਦੂਜਿਆਂ ਤੋਂ ਪੁੱਛਣ ਜੋ ਡਰਦੇ ਹਨ, ਉਹ ਨਾ ਕਰੋ। ਆਪਣੇ ਅੰਦਰ ਹਿੰਮਤ ਲਿਆਓ, ਕਿਉਂਕਿ ਕਈ ਵਾਰੀ ਜੋ ਚੀਜ਼ ਸਾਨੂੰ ਦੂਜਾ ਵਧੀਆ ਤਰ੍ਹਾਂ ਸਮਝਾ ਸਕਦਾ ਹੈ ਨਾ, ਉਹ ਅਸੀਂ ਆਪੇ ਨਹੀਂ ਸਮਝ ਸਕਦੇ। ਇਸ ਲਈ ਸਾਨੂੰ ਦੂਜਿਆਂ ਤੋਂ ਉਹ ਚੀਜ਼ ਸਮਝ ਲੈਣੀ ਚਾਹੀਦੀ ਹੈ ਅਤੇ ਆਪਣੇ ਉੱਤੇ ਇਤਨਾ ਘਮੰਡ ਨਹੀਂ ਕਰਨਾ ਚਾਹੀਦਾ ਕਿ ਨਹੀਂ ਮੈਂ ਆਪੇ ਕਰ ਲਾਂਗਾ। ਸਾਨੂੰ ਦੂਜਿਆਂ ਦੀ ਸਹਾਇਤਾ ਵੀ ਲੈ ਲੈਣੀ ਚਾਹੀਦੀ ਹੈ। ਸਹਾਇਤਾ ਇਵੇਂ ਨਹੀਂ ਕਿ ਤੁਸੀਂ ਆਪਣਾ ਕੰਮ ਉਹਨਾਂ ਨੂੰ ਹੀ ਦੇ ਦਿਓ, ਸਿਰਫ ਉਹਨਾਂ ਤੋਂ ਮੋਟੀਵੇਟ ਹੋ ਸਕਦੇ ਹੋ। ਜਿਵੇਂ ਤੁਹਾਡਾ ਕੋਈ ਆਈਡੀਅਲ ਹੋ ਸਕਦਾ ਹੈ, ਜਿਹਨੂੰ ਤੁਸੀਂ ਮੰਨਦੇ ਹੋ ਕਿ ਮੈਂ ਵੈਸਾ ਬਣਨਾ ਹੈ, ਤਾਂ ਤੁਸੀਂ ਉਸ ਚੀਜ਼ ਤੋਂ ਮੋਟੀਵੇਟ ਹੋ ਸਕਦੇ ਹੋ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਵੇਂ ਕੀਤਾ। ਜਿਵੇਂ ਕਿ ਕੋਈ IAS ਅਫਸਰ ਬਣਨਾ ਚਾਹੁੰਦਾ ਹੈ, ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਉਸ ਲਈ ਤੁਹਾਨੂੰ UPSC ਨੀਟਸ ਦੇ ਐਗਜ਼ਾਮ ਦੇਣੇ ਪੈਣਗੇ, ਜੋ ਕਿ ਬਹੁਤ ਹੀ ਟਫ ਐਗਜ਼ਾਮਸ ਮੰਨੇ ਜਾਂਦੇ ਹਨ। ਅਗਰ ਤੁਹਾਡੇ ਅੰਦਰ ਮੋਟੀਵੇਸ਼ਨ ਨਹੀਂ ਹੈ, ਤਾਂ ਤੁਸੀਂ ਉਹ ਐਗਜ਼ਾਮਸ ਨਹੀਂ ਦੇ ਸਕਦੇ, ਕਿਉਂਕਿ ਤੁਸੀਂ ਪ੍ਰਿਪੇਅਰ ਹੀ ਨਹੀਂ ਕਰ ਪਾਓਗੇ ਜਦੋਂ ਤੱਕ ਤੁਹਾਡਾ ਮਾਈਂਡ ਸੈਟ ਵੈਲ ਨਹੀਂ ਰਹੇਗਾ। ਇਸ ਲਈ ਤੁਸੀਂ ਮੋਟੀਵੇਟ ਹੋ ਸਕਦੇ ਹੋ ਕਿਸੇ ਤੋਂ। ਬੀ ਆਪਟਿਮਿਸਟਿਕ, ਆਸ਼ਾਵਾਦੀ ਬਣੋ। ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਆਸ਼ਾ ਦੀ ਇੱਕ ਕਿਰਨ ਲਿਆਓ ਕਿ ਹਾਂ, ਮੇਰੇ ਨਾਲ ਵੀ ਇਹ ਕੁਝ ਚੰਗਾ ਹੋ ਸਕਦਾ ਹੈ। ਹਮੇਸ਼ਾ ਕੁਝ ਮਾੜਾ ਹੀ ਨਾ ਸੋਚੋ ਕਿ ਮੇਰੇ ਨਾਲ ਮਾੜਾ ਹੀ ਹੋਏਗਾ, ਮੇਰੇ ਨੰਬਰ ਘੱਟ ਹੀ ਆਣਗੇ। ਤੁਸੀਂ ਇੱਕ ਆਸ਼ਾ ਰੱਖੋ ਕਿ ਹਾਂ, ਅਗਰ ਮੈਂ ਮਿਹਨਤ ਕੀਤੀ ਹੈ, ਆਪਣੇ ਉੱਤੇ ਮਾਣ ਰੱਖੋ ਕਿ ਅਗਰ ਮੈਂ ਮਿਹਨਤ ਕਰਕੇ ਪੇਪਰ ਦਿੱਤਾ ਹੈ ਤਾਂ ਮੇਰੇ ਨੰਬਰ ਜ਼ਰੂਰ ਆਣਗੇ। ਟ੍ਰੀਟ ਯੋਰਸੈਲਫ ਵੈਲ, ਆਪਣੇ ਆਪ ਨਾਲ ਚੰਗਾ ਸਲੂਕ ਕਰੋ। ਕਈ ਵਾਰੀ ਹੁੰਦਾ ਹੈ ਕਿ ਅਸੀਂ ਆਪਣੇ ਨਾਲੋਂ ਜ਼ਿਆਦਾ ਮਹੱਤਤਾ ਦੂਜਿਆਂ ਨੂੰ ਦੇ ਦਿੰਦੇ ਹਾਂ ਅਤੇ ਆਪਣੇ ਆਪ ਨੂੰ ਪਿੱਛੇ ਹੀ ਭੁੱਲ ਜਾਂਦੇ ਹਾਂ। ਉਹ ਵੀ ਨਹੀਂ ਕਰਨਾ। ਆਪਣੇ ਆਪ ਦੀ ਵੀ ਜ਼ਿੰਦਗੀ ਵਿੱਚ ਇੱਕ ਅਹਿਮੀਅਤ ਰੱਖੋ ਤਾਂ ਕਿ ਤੁਹਾਡਾ ਸੈਲਫ ਐਸਟੀਮ ਲੋ ਨਾ ਰਹੇ। ਪਾਰਟਿਸਿਪੇਟ ਇਨ ਲਾਈਫ, ਜੀਵਨ ਵਿੱਚ ਭਾਗ ਲਓ। ਜੇ ਜੀਵਨ ਤੁਹਾਨੂੰ ਕੋਈ ਪਰਿਸਥਿਤੀ ਦਿੰਦਾ ਹੈ, ਕੋਈ ਐਸੀ ਪਰੇਸ਼ਾਨੀ ਤੁਹਾਡੀ ਲਾਈਫ 'ਚ ਆਉਂਦੀ ਹੈ, ਤੁਸੀਂ ਦੂਜਿਆਂ ਉੱਤੇ ਨਾ ਸੁੱਟੋ, ਤੁਸੀਂ ਆਪੇ ਉਸਨੂੰ ਕਲੀਅਰ ਕਰੋ ਤਾਂ ਕਿ ਜੋ ਤੁਹਾਡੇ ਅੰਦਰ ਦਾ ਕੌਨਫੀਡੈਂਸ ਹੈ, ਤੁਸੀਂ ਆਪ ਕਰੋਗੇ ਤਾਂ ਤੁਹਾਨੂੰ ਉਹ ਚੀਜ਼ ਜ਼ਿਆਦਾ ਅੱਛੀ ਤਰ੍ਹਾਂ ਸਮਝ ਆਏਗੀ। ਜੇ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਹੈ, ਤੁਸੀਂ ਆਪ ਉਸਨੂੰ ਸੋਲਵ ਕਰੋ, ਤਾਂ ਉਹ ਬੈਟਰ ਹੈ ਕਿ ਤੁਹਾਨੂੰ ਕਿਵੇਂ ਸਮਝ ਆ ਰਿਹਾ ਹੈ, ਤੁਸੀਂ ਕੀ ਕਰਨਾ ਚਾਹ ਰਹੇ ਹੋ, ਉਹ ਬਹੁਤ ਹੀ ਜ਼ਿਆਦਾ ਕਲੀਅਰ ਰੱਖਦਾ ਹੈ ਤੁਹਾਨੂੰ। ਬੀ ਸੈਲਫ ਕੰਟੇਨਡ, ਸਵੈ ਨਿਰਭਰ ਰਹੋ। ਆਪਣੇ ਆਪ ਉੱਤੇ ਇੰਨਾ ਭਰੋਸਾ ਰੱਖੋ ਕਿ ਹਾਂ, ਮੇਰੇ ਅੰਦਰ ਇਹ ਕਰਨ ਦੀ ਹਿੰਮਤ ਹੈ। ਐਸਟੈਬਲਿਸ਼ ਅ ਪਰਪਸ, ਇੱਕ ਉਦੇਸ਼ ਸਥਾਪਿਤ ਕਰੋ। ਬਹੁਤ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਲਾਈਫ 'ਚ ਕੋਈ ਪਰਪਸ ਹੀ ਨਹੀਂ ਹੁੰਦਾ, ਕੋਈ ਏਮ ਨਹੀਂ ਹੁੰਦਾ ਕਿ ਮੈਂ ਕੀ ਬਣਨਾ ਹੈ। ਤੁਹਾਡੇ ਕੋਲ 10ਵੀਂ ਤੱਕ ਦਾ ਟਾਈਮ ਹੁੰਦਾ ਹੈ ਕਿ ਤੁਸੀਂ ਕੀ ਬਣਨਾ ਚਾਹ ਰਹੇ ਹੋ, ਕਿਉਂਕਿ ਉਦੋਂ ਤੱਕ ਅਗਰ ਤੁਸੀਂ ਸੋਚ ਲਿਆ ਤਾਂ ਤੁਹਾਡੇ ਲਈ ਬਹੁਤ ਵਧੀਆ ਹੁੰਦਾ ਹੈ 11th 12th ਸਟਰੀਮ ਚੂਜ਼ ਕਰਨ ਲਈ। ਹੁਣ ਜਿਵੇਂ ਕਿਸੇ ਨੇ ਡਾਕਟਰ ਬਣਨਾ ਹੈ, ਉਹ ਮੈਡੀਕਲ ਲਏਗਾ, IAS KS ਬਣਨਾ ਹੈ, ਉਹ ਆਰਟਸ ਲੈ ਲਏਗਾ। ਇਸ ਲਈ ਆਪਣੀ ਲਾਈਫ ਦਾ ਇੱਕ ਗੋਲ ਸਿਲੈਕਟ ਕਰੋ, ਇੱਕ ਏਮ ਰੱਖੋ ਕਿ ਹਾਂ, ਮੈਂ ਆਪਣੀ ਲਾਈਫ ਦੇ ਵਿੱਚ ਇਹ ਕਰਨਾ ਹੈ, ਤਾਂ ਜੋ ਤੁਸੀਂ ਅੱਗੇ ਆਪਣਾ ਜੋ ਸਟਰੀਮ ਚੂਜ਼ ਕਰੋ ਤਾਂ ਉਹ ਚੂਜ਼ ਕਰਨ 'ਚ ਤੁਹਾਨੂੰ ਸੌਖਾ ਰਹੇ। ਸੈਲਫ ਐਸਟੀਮ therapy activities. Some people have a session with a therapist to help build self-esteem. But if you want to have a therapy that you can do it yourself at home, you can start with making a habit of tracker. A habit tracker is a type of tracker or journal to monitor your everyday activities. This tracker helps you to stay on track and be productive every day.
ਕੁਝ ਲੋਕ ਆਪਣਾ ਸੈਲਫ ਐਸਟੀਮ ਕੌਨਫੀਡੈਂਸ ਵਧਾਉਣ ਲਈ ਕੁਝ ਸੈਸ਼ਨ ਲੈਂਦੇ ਹਨ, ਜਿਸ ਨੂੰ ਅਸੀਂ ਕਾਉਂਸਲਿੰਗ ਦਾ ਨਾਮ ਵੀ ਦੇ ਸਕਦੇ ਹਾਂ। ਥੈਰੇਪਿਸਟਸ ਨਾਲ ਜੋ ਉਹਨਾਂ ਦੇ ਅੰਦਰ ਦੀ ਕਮੀਆਂ ਲੱਭਦੇ ਹਨ, ਉਹ ਚੀਜ਼ਾਂ ਉਹਨਾਂ ਨੂੰ ਦੱਸਦੇ ਹਨ ਕਿ ਤੁਹਾਡੇ ਅੰਦਰ ਕੁਝ ਕਮੀ ਹੈ ਜਾਂ ਤੁਹਾਡੇ ਅੰਦਰ ਕੌਨਫੀਡੈਂਸ ਦੀ ਲੈਕਿੰਗ ਹੈ। ਬਟ ਅਗਰ ਤੁਸੀਂ ਕਿਸੇ ਥੈਰੇਪਿਸਟ ਨਾਲ ਸੈਸ਼ਨ ਨਹੀਂ ਲੈਣਾ ਚਾਹ ਰਹੇ, ਇਹ ਤੁਸੀਂ ਆਪ ਹੀ ਕਰ ਸਕਦੇ ਹੋ ਆਪਣੇ ਘਰ। ਇੱਕ ਹੈਬਿਟ ਟਰੈਕਰ ਬਣਾ ਕੇ ਜਾਂ ਇੱਕ ਜਰਨਲ ਕਹਿ ਸਕਦੇ ਹਾਂ ਅਸੀਂ, ਕਿ ਜਿਸ ਨਾਲ ਉਹ ਟਰੈਕਰ ਤੁਹਾਡੀ ਰੋਜ਼ ਦੀ ਹਰ ਟਾਈਮ ਦੀ ਐਕਟੀਵਿਟੀਜ਼ ਨੂੰ ਤੁਹਾਡੇ ਨਾਲ ਸਾਂਝਾ ਕਰੇਗਾ ਅਤੇ ਤੁਹਾਨੂੰ ਇਹ ਦੱਸੇਗਾ ਕਿ ਤੁਹਾਡਾ ਅੱਜ ਦਾ ਦਿਨ ਕੈਸਾ ਰਿਹਾ, ਤੁਸੀਂ ਅੱਜ ਦੇ ਦਿਨ ਵਿੱਚ ਕੀ ਚੰਗਾ ਕੰਮ ਕੀਤਾ, ਤੁਸੀਂ ਕਿੰਨਾ ਪ੍ਰੋਡਕਟਿਵ ਆਪਣਾ ਡੇ ਕੱਢਿਆ, ਮਤਲਬ ਤੁਸੀਂ ਕਿੰਨਾ ਕ੍ਰੀਏਟਿਵ ਆਪਣੇ ਆਪ ਨੂੰ ਬਣਾਇਆ ਅੱਜ ਦੇ ਦਿਨ ਵਿੱਚ। Conclusion: self-confidence is something that we need to develop a positive personality and have a better self-esteem. There are a lot of factors that affect self-confidence and personal development. Develop self-confidence includes changing the way of thinking, how you behave and react to a certain situation, and so on. ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ, ਕਿਉਂਕਿ ਸੈਲਫ ਕੌਨਫੀਡੈਂਸ ਇੱਕ ਪੋਜ਼ਿਟਿਵ ਪਰਸਨੈਲਿਟੀ ਐਟੀਟਿਊਡ, ਮਤਲਬ ਇੱਕ ਪੋਜ਼ਿਟਿਵ ਐਟੀਟਿਊਡ ਤੁਹਾਡੇ ਅੰਦਰ ਲਿਆਉਣ ਲਈ ਬਹੁਤ ਜ਼ਰੂਰੀ ਹੈ। ਅਤੇ ਸਵੈ ਮਾਣ ਨੂੰ ਅੱਛਾ ਕਰਨ ਲਈ, ਉਸਨੂੰ ਲੋ ਨਾ ਹੋਏ, ਉਸ ਲਈ ਸੈਲਫ ਕੌਨਫੀਡੈਂਸ ਬਹੁਤ ਮਹੱਤਤਾ ਰੱਖਦਾ ਹੈ। There are lot of factors that affect your self confidence and personal development. ਜਿਵੇਂ ਕਿ ਮੈਂ ਦੱਸਿਆ, ਤੁਹਾਡਾ ਸੁਸਾਇਟੀ, ਤੁਹਾਡਾ ਆਲਾ ਦੁਆਲਾ ਤੁਹਾਡੇ ਲਈ ਬਹੁਤ ਮਹੱਤਤਾ ਰੱਖਦਾ ਹੈ ਕਿ ਤੁਸੀਂ ਕਿਵੇਂ ਦੇ ਅਸੀਂ ਕਹਿ ਸਕਦੇ ਹਾਂ ਕਿਵੇਂ ਦੀ ਸੁਸਾਇਟੀ ਵਿੱਚ ਰਹਿੰਦੇ ਹੋ, ਕਿਵੇਂ ਦੇ ਮਾਹੌਲ ਵਿੱਚ ਰਹਿੰਦੇ ਹੋ। Develop self-confidence includes changing the way of thinking, how you behave and react to a certain situation and so on. Self-confidence ਤੁਹਾਡਾ way of thinking ਬਦਲ ਦੇਗਾ, ਕਿਉਂਕਿ ਉਹ ਤੁਹਾਨੂੰ ਇੱਕ ਪੋਜ਼ਿਟਿਵ ਵਿਅਕਤੀ ਬਣਾਏਗਾ, ਤਾਂ ਨੈਗੇਟਿਵ ਤੋਂ ਤੁਸੀਂ ਇੱਕ ਪੋਜ਼ਿਟਿਵ ਥਿੰਕਿੰਗ ਤੇ ਆ ਜਾਓਗੇ। How you behave and react to certain situation, ਮਤਲਬ ਤੁਹਾਡਾ ਰਿਐਕਸ਼ਨ ਇੱਕ ਸਰਟਨ ਸਿਚੁਏਸ਼ਨ ਦੇ ਵਿੱਚ ਕੀ ਆਉਂਦਾ ਹੈ। ਕੁਝ ਲੋਕ ਹੁੰਦੇ ਹਨ, ਕੁਝ ਸਿਚੁਏਸ਼ਨ ਵਿੱਚ ਜ਼ਿਆਦਾ ਹੀ ਹਾਈਪਰ ਹੋ ਜਾਂਦੇ ਹਨ, ਤਾਂ ਜੇ ਉਹਨਾਂ ਵਿੱਚ ਕੌਨਫੀਡੈਂਸ ਆਏਗਾ ਤਾਂ ਉਹਨਾਂ ਦਾ ਐਂਗਰ ਇਸ਼ੂਜ਼ ਜੋ ਹੁੰਦੇ ਹਨ ਉਹ ਖਤਮ ਹੋ ਜਾਣਗੇ ਅਤੇ ਉਹ ਬਹੁਤ ਕਾਮਲੀ ਉਸ ਸਿਚੁਏਸ਼ਨ ਨੂੰ ਫੇਸ ਕਰਨਗੇ, ਮਤਲਬ ਉਹ ਗੁੱਸਾ ਨਹੀਂ ਕਰਨਗੇ। ਤਾਂ ਇਹ ਬਹੁਤ ਹੀ ਵਧੀਆ ਅਸੀਂ ਕਹਿ ਸਕਦੇ ਹਾਂ ਪੁਆਇੰਟ ਹੈ ਸੈਲਫ ਕੌਨਫੀਡੈਂਸ ਦਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਸਰਦਾਰ ਜਸਵਿੰਦਰ ਸਿੰਘ ਜੀ ਦਾ ਅਤੇ ਮੇਰੇ ਵਾਈਸੀ ਸਰਦਾਰ ਬਲਜਿੰਦਰ ਸਿੰਘ ਜੀ ਦਾ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਮੈਨੂੰ ਇੱਕ ਵਾਰ ਫਿਰ ਇਸ ਮੰਚ ਤੇ ਬੋਲਣ ਦਾ ਮੌਕਾ ਦਿੱਤਾ। ਧੰਨਵਾਦ। थैंक यू सो मच ब्रह्मलीन कौर जी, आप जी ने बड़ा ही हेल्पफुल सैशन जिहड़ा लिया हैगा सैल्फ कॉन्फिडेंस दे उत्ते। सो मैं ਹੁਣ पूछना ਮੈਂ ਹੁਣ ਬੇਨਤੀ ਕਰਾਂਗੀ ਜੀ, ਆਪਾਂ ਹੁਣ ਇਸ ਸੈਸ਼ਨ ਜਿਹੜਾ ਹੋਇਆ ਹੈ ਉਹਦੇ ਨਾਲ ਰਿਲੇਟਡ ਅਗਰ ਕਿਸੇ ਦਾ ਕੁਐਸਚਨ ਹੈਗਾ, ਕੋਈ ਸਵਾਲ ਹੈ ਤਾਂ ਪੁੱਛ ਸਕਦੇ ਨੇ। ਜਿਹੜਾ ਤੀਸਰਾ ਸੈਸ਼ਨ ਸੀ ਅਸੀਂ ਫਿਰ ਕਿਸੇ ਦਿਨ ਲਵਾਂਗੇ, ਕਿਉਂਕਿ ਸਮਾਂ ਅੱਜ ਘੱਟ ਹੈਗਾ ਜੀ। ਸੋ ਅਗਰ ਕਿਸੇ ਬੱਚੇ ਦਾ ਕੋਈ ਸਵਾਲ ਹੈਗਾ ਤਾਂ ਉਹ ਹੱਥ ਖੜਾ ਕਰਕੇ ਆਪਣਾ ਸਵਾਲ ਪੁੱਛ ਸਕਦੇ ਆ ਜੀ। ਜਿਨ੍ਹਾਂ ਦੇ ਹੈਂਡ ਰੇਜ਼ ਹੋ ਰਹੇ, ਕਿਰਪਾ ਕਰਕੇ ਉਹਨਾਂ ਤੋਂ ਸਵਾਲ ਪੁੱਛ ਲੈ ਜਾਣ ਜੀ। हाँ जी, हरमनप्रीत कौर जी, EPP नंबर 16827, आप जी अपना क्वेश्चन पुट कर सकते हो जी। वाहिगुरू जी खालसा वाहिगुरू जी फतेह जी। आपसे हथी अपना पंक्ति तो बात की है जी। आप जी अपना क्वेश्चन रिपीट कर सकते हो जी? हाँ जी, आपसे हथी अपना पंक्ति तो बात की है जी। हाउ कैन ਫਰਮਾਨ ਹੈਗਾ ਜੀ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਮੈਂ ਬੇਨਤੀ ਕਰਾਂਗੀ ਕਿ ਜਿਨ੍ਹਾਂ ਨੇ ਸੈਸ਼ਨ ਲਿਆ ਹੈਗਾ, ਬੱਚਿਆਂ ਦੀ ਡਿਮਾਂਡ ਆ ਰਹੀ ਸੀ ਕਿ ਇਹਦਾ ਜਿਹੜੀ ਪੀਪੀਟੀ ਉਹ ਸ਼ੇਅਰ ਕੀਤੀ ਜਾਵੇ। ਕਿਰਪਾ ਕਰਕੇ ਤੁਸੀਂ ਪੀਪੀਟੀ ਸ਼ੇਅਰ ਕਰ ਦੇਣਾ, ਫਿਰ ਅਸੀਂ ਸਾਰੇ ਸਟੂਡੈਂਟਸ ਨੂੰ ਭੇਜ ਦਾਂਗੇ ਜੀ। ਹਾਂਜੀ ਜੀ, ਹਾਂਜੀ, ਜਿਨ੍ਹਾਂ ਦੇ ਹੋਰ ਹੈਂਡ ਰੇਜ਼ ਹੈਗੇ ਨੇ, ਗੁਰਸ਼ਰਨ ਸਿੰਘ ਮਾਨਸਾ ਤੋਂ। मैम वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। मैम माइंड मीनिंग की हुंदा है? ਕਿੱਦਾਂ ਜੀ? माइंड मीनिंग
ਮਾਈਨ ਕੀ ਕਹਿ ਰਹੇ ਹੋ ਜੀ? ਮਾਈਂਡ ਦਾ ਮੀਨਿੰਗ ਪੁੱਛਣਾ ਚਾਹ ਰਹੇ ਨੇ। ਹਾਂਜੀ, ਮਾਈਂਡ ਮਨ ਨੂੰ ਕਹਿੰਦੇ ਆ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਵਰ ਟੂ ਰਮਨਪ੍ਰੀਤ ਕੌਰ ਜੀ। ਸੋ ਧੰਨਵਾਦ ਕਰਕੇ ਸਮਾਪਤੀ ਕੀਤੀ ਜਾਵੇ। ਇੱਕ ਹੈਂਡ ਹੋਰ ਰੇਜ਼ ਹੈਗਾ ਜੀ, ਦਮਨਪ੍ਰੀਤ ਸਿੰਘ 15681। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਵਾਹਿਗੁਰੂ ਜੀ, ਮੇਰਾ ਕੁਐਸਚਨ ਸੀਗਾ ਕਿ ਕੌਨਫੀਡੈਂਸ ਅਜਿਹੀ ਚੀਜ਼ ਹੈ ਜਿਹੜੀ ਪਰਮਾਨੈਂਟ ਨਹੀਂ ਰਹਿੰਦੀ, ਟੈਂਪਰੇਰੀ ਹੁੰਦੀ ਹੈ। ਕਿਸੇ ਟਾਈਮ ਆਪਾਂ ਨੂੰ ਇੱਕ ਫੀਲਡ 'ਚ ਆਪਾਂ ਬੜੇ ਕੌਨਫੀਡੈਂਟ ਆ, ਦੂਸਰੀ 'ਚ ਆਪਾਂ ਲੋ ਕੌਨਫੀਡੈਂਸ 'ਚ ਆ। ਆਪਾਂ ਹਮੇਸ਼ਾ ਆਪਣੇ ਆਪ ਨੂੰ ਮੋਟੀਵੇਟਡ ਰੱਖਣ ਲਈ ਕੀ ਕਰੀਏ? ਮੈਂ ਕਹਾਂਗੀ ਅਗਰ ਅੰਕਲ ਜਸਵਿੰਦਰ ਸਿੰਘ ਜੀ ਜੁੜੇ ਨੇ, ਮੇਰੇ ਖਿਆਲ ਸਭ ਤੋਂ ਵਧੀਆ ਆਨਸਰ ਅੱਧੋ ਹੀ ਕਰ ਸਕਣਗੇ। ਜੇ ਜੁੜੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਸਵਾਲ ਦਾ ਜਵਾਬ ਦੇਣਗੇ ਕਿ ਹਰ ਵੇਲੇ ਆਪਣੇ ਆਪ ਨੂੰ ਮੋਟੀਵੇਟਡ ਕਿੱਦਾਂ ਰੱਖੀਏ। ਹਾਂਜੀ। ਆਪ ਜੀ ਅੰਕਲ ਜੀ ਇਸ ਸਵਾਲ ਦਾ ਜਵਾਬ ਦੇਣਾ ਚਾਹੋਗੇ ਜੀ? ਆਵਾਜ਼ ਨਹੀਂ ਆ ਰਹੀ ਜੀ ਆਪ ਜੀ ਦੀ। ਮੇ ਬੀ ਰਸਤੇ ਕਰਕੇ ਸ਼ਾਇਦ ਆਵਾਜ਼ ਦਾ ਇਸ਼ੂ ਆ ਰਿਹਾ, ਆਵਾਜ਼ ਨਹੀਂ ਆ ਰਹੀ। ਸਭ ਤੋਂ ਬੈਸਟ ਇਹਦਾ ਹੁੰਦਾ ਜੀ ਕਿ ਅਗਰ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਕੌਨਫੀਡੈਂਸ ਵਿੱਚ ਰੱਖਣਾ ਚਾਹੁੰਦੇ ਹੋ ਕਿ ਹਮੇਸ਼ਾ ਮੋਟੀਵੇਟਿਡ ਰਵਾਂ, ਇਸੇ ਕਰਕੇ ਗੁਰੂ ਸਾਹਿਬ ਨੇ ਹਰ ਵੇਲੇ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਜਦੋਂ ਵੀ ਢਹਿੰਦੀ ਕਲਾ ਆਵੇ, ਇੱਕ ਗੱਲ ਯਾਦ ਰੱਖੋ, ਇੱਕ ਤਾਂ ਇਹ ਕਿ ਸਮਾਂ ਕਦੇ ਜਿਹੜਾ ਹੈ ਉਹ ਹਮੇਸ਼ਾ ਚੇਂਜ ਹੁੰਦਾ ਹੈ। ਦੂਜਾ, ਵਾਹਿਗੁਰੂ ਮੇਰੇ ਨਾਲ ਹੈ, ਤੇ ਜਦੋਂ ਵਾਹਿਗੁਰੂ ਸਾਡੇ ਨਾਲ ਹੈ ਸਾਡਾ ਕੌਨਫੀਡੈਂਸ ਘੱਟ ਹੀ ਨਹੀਂ ਸਕਦਾ। ਜਦੋਂ ਕਿਤੇ ਡਰ ਲੱਗੇਗਾ ਵੀ ਨਾ ਤੇ ਉਹ ਡਰ ਭੱਜੇਗਾ। ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਦਰਸ਼ਨ ਕੀਤੇ ਸਨ ਤਾਂ ਉੱਪਰ ਪੰਕਤੀ ਲੱਗੀ ਹੋਈ ਸੀ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਜਦੋਂ ਅਸੀਂ ਇਹ ਚੀਜ਼ਾਂ ਨੂੰ ਯਾਦ ਕਰਦੇ ਹਾਂ ਨਾ, ਜਿਵੇਂ ਅੱਜ ਕੱਲ੍ਹ ਕਈ ਕਹਿਣਗੇ ਆਲ ਇਜ਼ ਵੈਲ, ਹਨਾ, ਆਲ ਇਜ਼ ਵੈਲ ਕਿਉਂ ਕਿਹਾ ਜਾਂਦਾ? ਸਭ ਕੁਝ ਵਧੀਆ ਹੈ, ਪਰਮਾਤਮਾ ਮੇਰੇ ਨਾਲ ਹੈ, ਉਹ ਗਲਤ ਹੋਣ ਹੀ ਨਹੀਂ ਦੇਗਾ। ਸੋ ਇਹਦੇ ਨਾਲ ਸਾਡਾ ਕੌਨਫੀਡੈਂਸ ਬਿਲਡ ਹੁੰਦਾ ਹੈ ਕਿ ਜੇ ਅਸੀਂ ਢਹਿੰਦੀ ਕਲਾ ਵੱਲ ਜਾਂਦੇ ਵੀ ਅਸੀਂ ਫਿਰ ਦੁਬਾਰਾ ਉੱਚੇ ਉੱਠ ਜਾਂਦੇ ਹਾਂ। ਸੋ ਹੋਪ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਜੀ। ਸੋ ਹਾਂਜੀ, ਅਸੀਂ ਇਸ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਸੰਡੇ ਅਸੀਂ ਫਿਰ ਜੁੜਾਂਗੇ। ਸਾਰਿਆਂ ਨੇ ਸਮੇਂ ਸਿਰ ਜੁੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।